ओ गुरु केरी बाणियाँ सिर बाणी, जिनको नदर कर्म हुवै, हृदय तना समाणी। पीवो अमृत सदा रहो हर रंग, जप्यो सारंग पाणी। कह नानक सदा गावो, ये सच्ची बाणी। एक ओंकार सतनाम करता पुरख, निर्भौ निर्वैर अकाल मूरत। अजूनी सैभं गुर प्रसाद। श्लोक महला तीजा। साहिब मेरा सदा है, ना आवे ना जाए। ओ औहाणी कदे नाहे, ना आवे ना जाए। साहिब मेरा सदा है, दिसै शब्द कमाए। ओ औहाणी कदे नाहे, ना आवे ना जाए। सदा सदा सो सेवियै, जो सब में रह समाए। अवर दूजा क्यों सेवियै, जम्मै तै मर जाए। नेफल तिनका जीव्या, जे खसम ना जाने अपना। अवरी कौ चित लाए, नानक एम न जापई। करता केती दे सजाए। नेफल तिनका जीव्या, जे खसम ना जाने अपना। अवरी कौ चित लाए, नानक एम न जापई। करता केती दे सजाए। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सतगुरु जी की पावन गोद विच बैठ के सवेर वेले दे दीवान की हाज़री भर रहे हाँ। सतगुरु की पावन बाणी का कीर्तन सत्कारयोग भाई साहब होना दे जथे पासों आप सारिਆਂ ने बड़े प्यार नाल टिका विच बैठ के सरवण किया है। धन गुरु अमरदास पातशाह तिन्हां दी रसना तो उचारण किया होया श्लोक, जिसका आप पाठ बड़े प्यार नाल हुणे सरवण किया है, जिसकी आप विचार सांझी करनी है। ये पावन श्लोक गुजरी की वार जो गुरु अमरदास महाराज जी की है, उस वार दे विच 2 नंबर पौड़ी दे नाल पहला श्लोक है। 509 अंक दे गुरु ग्रंथ साहब जी विच ये श्लोक सुभाईमान है। सतगुरु जी दे अमोलक बचन विचारन तो पहला बड़े अदब नाल सारी संगत फतेह प्रवान करो तो आखो जी वाहिगुरु जी का खालसा वाहिगुरु जी की फतेह। आओ विचारां की आरंभता करन तो पहला रल के एक बार श्लोक दीआं तुकां दा पाठ कर लईए, ताकि साडा मन गुरु शब्द दीआं विचारां विच टिक सके। बड़े प्यार नाल सारी संगत हाज़री लवाओ। साहिब मेरा सदा है, मालक अकाल पुरख सदैव है, हमेशा रहने वाला है। दिसदा क्यों नहीं, महसूस क्यों नहीं हुंदा, उहदा कारण बयान किया। महाराज कहते दिसै
ਸ਼ਬਦ ਕਮਾਏ। ਜਦੋਂ ਤੂੰ ਆਪਣੀ ਜ਼ਿੰਦਗੀ ਵਿੱਚ ਸ਼ਬਦ ਨੂੰ ਕਮਾਏਂਗਾ, ਭਾਵ ਸ਼ਬਦ ਮੁਤਾਬਕ ਆਪਣਾ ਜੀਵਨ ਜੀਵੇਂਗਾ, ਸਿੱਖਿਆ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੇਂਗਾ, ਤੈਨੂੰ ਖਲਕਤ ਵਿੱਚ ਵਸਦਾ ਹੋਇਆ ਉਹ ਮਾਲਕ ਮਹਿਸੂਸ ਹੋਏਗਾ। ਤੇਰੇ ਵਿਹਾਰ ਵਿੱਚ ਹਰ ਰੋਜ਼ ਤਬਦੀਲੀ ਆਏਗੀ। ਤੂੰ ਮਾਨਵਤਾ ਵਿੱਚ ਵਸਦੇ ਮਾਲਕ ਨੂੰ ਮਹਿਸੂਸ ਕਰ ਪਾਏਂਗਾ। ਆਓ ਬੜੇ ਪਿਆਰ ਨਾਲ ਇਸ ਸ਼ਲੋਕ ਦਾ ਪਾਠ ਸਾਰੇ ਜਾਣੇ ਰਲ ਕੇ ਕਰੀਏ, ਤਾਂ ਕਿ ਸਾਡਾ ਮਨ ਸ਼ਬਦ ਦੀਆਂ ਵਿਚਾਰਾਂ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਹਾਜ਼ਰੀ ਲਵਾਓ ਜੀ। ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ, ਦਿਸੈ ਸ਼ਬਦ ਕਮਾਏ, ਦਿਸੈ ਸ਼ਬਦ ਕਮਾਏ, ਦਿਸੈ ਸ਼ਬਦ ਕਮਾਏ, ਓ ਔਹਾਨੀ ਕਦੇ ਨਾਹੇ, ਓ ਔਹਾਨੀ ਕਦੇ ਨਾਹੇ, ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ, ਸਦਾ ਸਦਾ ਸੋ ਸੇਵੀਐ, ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਿ ਸਮਾਏ, ਜੋ ਸਭ ਮੈਂ ਰਹਿ ਸਮਾਏ, ਅਵਰ ਦੂਜਾ ਕਿਉ ਸੇਵੀਐ, ਅਵਰ ਦੂਜਾ ਕਿਉ ਸੇਵੀਐ, ਜੰਮੈ ਤੈ ਮਰ ਜਾਏ, ਜੰਮੈ ਤੈ ਮਰ ਜਾਏ, ਨਿਫਲ ਤਿਨ ਕਾ ਜੀਵਿਆ, ਨਿਫਲ ਤਿਨ ਕਾ ਜੀਵਿਆ, ਖਸਮ ਨ ਜਾਣੈ ਆਪਣਾ, ਖਸਮ ਨ ਜਾਣੈ ਆਪਣਾ, ਅਵਰੀ ਕੋ ਚਿਤ ਲਾਏ, ਅਵਰੀ ਕੋ ਚਿਤ ਲਾਏ, ਨਾਨਕ ਏਮ ਨਾ ਜਾਪਾਈ, ਨਾਨਕ ਏਮ ਨਾ ਜਾਪਾਈ, ਕਰਤਾ ਕੀਤੀ ਦੇ ਸਜਾਏ, ਕਰਤਾ ਕੀਤੀ ਦੇ ਸਜਾਏ, ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ, ਦਿਸੈ ਸ਼ਬਦ ਕਮਾਏ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਲੋਕ ਜੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਗਾਇਨ ਕੀਤਾ ਹੈ। ਸ਼ਲੋਕ ਦੀਆਂ ਆਰੰਭ ਵਾਲੀਆਂ ਤੁਕਾਂ ਨੇ ਸਾਹਿਬ ਮੇਰਾ ਸਦਾ ਹੈ। ਸਦਾ ਦਾ ਅਰਥ ਹੈ ਹਮੇਸ਼ਾ ਹੀ ਹੈ।
ਹੁਣ ਜੇ ਮਾਲਕ ਹਮੇਸ਼ਾ ਹੈ, ਹਰ ਵਕਤ ਹੈ, ਸਦਾ ਹੈ, ਫਿਰ ਦਿਸਦਾ ਕਿਉਂ ਨਹੀਂ? ਜੇ ਮਨੁੱਖਤਾ ਨੂੰ ਰੱਬ ਦਿਸਦਾ ਹੋਵੇ ਤੇ ਦੁਨੀਆ ਪੁੱਠੇ ਕੰਮ ਨਾ ਕਰੇ, ਸਿੱਧੇ ਰਸਤੇ 'ਤੇ ਪਵੇ। ਉਹਦਾ ਸਤਿਗੁਰ ਜੀ ਨੇ ਬਹੁਤ ਪਿਆਰਾ ਪੱਖ ਸਾਡੇ ਸਾਹਮਣੇ ਰੱਖਿਆ। ਕਹਿੰਦੇ ਦਿਸੇਗਾ। ਨਾਲ ਅਗਲਾ ਬਚਨ ਹੈ ਸ਼ਬਦ ਕਮਾਏ, ਸ਼ਬਦ ਨੂੰ ਕਮਾਉਣ ਨਾਲ। ਹੁਣ ਜਿਹੜਾ ਸ਼ਬਦ ਕਮਾਉਣਾ ਹੈ ਨਾ, ਇਹਦੇ 'ਚ ਬੜੀਆਂ ਘੁੰਡੀਆਂ ਨੇ। ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਸ਼ਬਦ ਨੂੰ ਕਮਾਉਣ ਦੇ ਅਰਥ ਸਮਝ ਰਿਹਾ। ਇੱਥੇ ਫਰਕ ਪੈਂਦਾ। ਮੈਂ ਸੌਖੀ ਐਗਜ਼ਾਮਪਲ ਦਿੰਦਾ, ਕਿਉਂਕਿ ਅੱਜ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਮਨਾ ਰਹੇ ਹਾਂ। ਸ਼ਬਦ ਦਾ ਭੰਡਾਰਾ ਹੈ, ਸ਼ਬਦ ਦਾ ਖਜ਼ਾਨਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਨੂੰ ਦਸਮ ਪਾਤਸ਼ਾਹ ਤੱਕ ਸ਼ਬਦ ਬਾਣੀ ਦੇ ਪ੍ਰਚਾਰ ਰਾਹੀਂ ਹੀ ਸਾਨੂੰ ਤਗੜਾ ਕੀਤਾ ਗਿਆ ਹੈ, ਸਾਡਾ ਮਨੋਬਲ ਉੱਚਾ ਚੁੱਕਿਆ ਗਿਆ ਹੈ। ਤੁਸੀਂ ਕਿਸੇ ਗੁਰੂ ਪਾਤਸ਼ਾਹ ਦੀ ਬਾਣੀ ਪੜ੍ਹ ਲਓ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਧ ਪੁੱਛਦੇ ਨੇ ਤੁਹਾਡਾ ਗੁਰੂ ਕੌਣ ਹੈ, ਤੇ ਉਹ ਕਿਸੇ ਸਰੀਰ ਦਾ ਨਾਮ ਨਹੀਂ ਲੈਂਦੇ, ਉਹ ਸ਼ਬਦ ਗੁਰੂ ਦੀ ਗੱਲ ਕਰਦੇ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜੀਆਂ 15 ਭਗਤਾਂ ਦੀ ਬਾਣੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਪ ਇਕੱਤਰ ਕੀਤੀ ਹੈ। ਜਿਹੜੀ 15 ਭਗਤਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਆਪ ਜਾ ਕੇ 15 ਦੀਆਂ 15 ਭਗਤਾਂ ਦੀ ਬਾਣੀ ਇੱਕ ਥਾਂ 'ਤੇ ਇਕੱਠੀ ਕੀਤੀ। ਜਦੋਂ ਬਾਬਾ ਲਹਿਣਾ ਜੀ ਨੂੰ ਉਹਨਾਂ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਹੈ 1539 ਈਸਵੀ ਦੇ ਵਿੱਚ, ਆਪਣੀ ਬਾਣੀ ਤੇ ਨਾਲ ਜਿਹੜੀ ਗੁਰੂ ਸਾਹਿਬ ਜੀ ਦੇ ਕੋਲ 15 ਭਗਤਾਂ ਦੀ ਬਾਣੀ ਸੀ, ਉਹ ਸਾਰੀ ਬਾਣੀ ਦੀ ਪੋਥੀ ਬਾਬਾ ਲਹਿਣਾ ਜੀ ਦੇ ਹਵਾਲੇ ਕਰ ਦਿੱਤੀ। ਬਾਬਾ ਲਹਿਣਾ ਜੀ ਜਦੋਂ ਗੁਰੂ ਬਣਦੇ ਨੇ, ਧੰਨ ਗੁਰੂ ਅੰਗਦ ਸਾਹਿਬ ਬਣਦੇ ਨੇ, ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 63 ਸਲੋਕ ਨੇ। ਕਿੰਨੇ ਸਲੋਕ ਨੇ ਜੀ? 63 ਸਲੋਕ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾ, ਉਹਨਾਂ ਦਾ ਸ਼ਬਦ ਕੋਈ ਨਹੀਂ ਹੈ, ਸਿਰਫ ਸਲੋਕ ਨੇ। ਜਿਹੜੇ ਉਹਨਾਂ ਦੇ ਸਲੋਕ ਨੇ, ਉਹ ਸਾਰੇ ਸਲੋਕ 20 ਵਾਰਾਂ ਦੇ ਵਿੱਚ ਵੰਡ ਕੇ ਆ ਚੁੱਕੇ ਨੇ। ਕੁੱਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹ ਮੁੱਢਲੀ ਜਾਣਕਾਰੀ ਹੈ ਜਿਹੜੇ ਸਰੋਤੇ ਬਾਣੀ ਸਮਝ ਕੇ ਪੜ੍ਹਨ ਵਾਲੇ ਨੇ। ਕੁੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਵੇਂ ਆਸਾ ਕੀ ਵਾਰ ਹੈ, ਇੱਦਾਂ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਨੇ? 22 ਵਾਰਾਂ ਨੇ। 2 ਵਾਰਾਂ ਐਸੀਆਂ ਨੇ ਜਿਹੜੀਆਂ ਸਲੋਕਾਂ ਤੋਂ ਬਿਨਾਂ ਨੇ, ਉਹਨਾਂ ਵਿੱਚ ਸਲੋਕ ਕੋਈ ਨਹੀਂ, ਸਿਰਫ ਪੌੜੀਆਂ ਨੇ। ਇੱਕ ਬਸੰਤ ਕੀ ਵਾਰ, ਉਹਦੀਆਂ 3 ਪੌੜੀਆਂ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਹੈ। ਤੇ ਇੱਕ ਰਾਮਕਲੀ ਰਾਗ ਅੰਦਰ ਭਾਈ ਸੱਤਾ ਬਲਵੰਡ ਜੀ ਕੀ ਵਾਰ ਹੈ, ਜਿਹਦੇ ਵਿੱਚ ਸਿਰਫ 8 ਪੌੜੀਆਂ ਨੇ, ਉਹਨਾਂ ਵਿੱਚ ਸਲੋਕ ਕੋਈ ਨਹੀਂ। ਬਾਕੀ ਜਿਹੜੀਆਂ 20 ਵਾਰਾਂ ਨੇ, ਜਿਵੇਂ ਆਸਾ ਕੀ ਵਾਰ ਆਪਾਂ ਇੱਕ ਪੌੜੀ ਨਾਲ 3 ਸਲੋਕ ਪੜ੍ਹਦੇ ਹਾਂ, ਇੱਕ ਪੌੜੀ ਦੇ ਨਾਲ 2 ਸਲੋਕ ਪੜ੍ਹਦੇ ਹਾਂ। ਇਹ ਮੇਨ ਵਾਰਾਂ ਪੌੜੀਆਂ ਨੇ, ਕਿਉਂਕਿ ਇਹ ਵਿਸ਼ਾ ਉਹਨਾਂ ਸਰੋਤਿਆਂ ਲਈ ਹੈ ਜਿਹੜੇ ਬਾਣੀ ਸਮਝ ਕੇ ਪੜ੍ਹਦੇ ਨੇ। ਜਿਹੜੇ ਸਿਰਫ ਨਮਸਕਾਰ ਕੀਤੀ ਘਰਾਂ ਨੂੰ ਚਲੇ ਗਏ, ਉਹਨਾਂ ਵਾਸਤੇ ਤੇ ਵਿਸ਼ਾ ਬੜਾ ਖੁਸ਼ਕ ਲੱਗਣਾ, ਔਖਾ ਲੱਗਣਾ ਹੈ। ਕਿਉਂਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਰਫ ਨਮਸਕਾਰ ਕੀਤੀ ਪਰ ਕਦੀ ਪੜ੍ਹ ਕੇ ਨਹੀਂ ਵੇਖੀ, ਤੇ ਮੁੱਢਲੀ ਜਾਣਕਾਰੀ ਹੈ ਵੀ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਬਾਰੇ ਮੁੱਢਲੀਆਂ ਗੱਲਾਂ ਦਾ ਪਤਾ ਹੋਵੇ, ਜਿਸ ਗੁਰੂ ਦੇ ਅੱਗੇ ਅਸੀਂ ਬੜੇ ਅਦਬ ਨਾਲ ਰੋਜ਼ ਆਣ ਕੇ ਸਿਰ ਝੁਕਾਉਂਦੇ ਹਾਂ। ਹੁਣ 20 ਵਾਰਾਂ ਐਸੀਆਂ ਨੇ ਜਿਨ੍ਹਾਂ ਵਿੱਚ ਨਾਲ ਪੌੜੀਆਂ ਦੇ ਨਾਲ ਸਲੋਕ ਆਏ ਨੇ। ਗੁਰੂ ਅੰਗਦ ਸਾਹਿਬ ਜੀ ਦੇ 63 ਸਲੋਕ ਨੇ। ਉਹ ਸਲੋਕ ਇਹਨਾਂ ਵਾਰਾਂ ਵਿੱਚ ਗੁਰੂ ਸਾਹਿਬ ਜੀ ਨੇ ਆਪ ਪੌੜੀ ਦੇ ਨਾਲ ਅੰਕਿਤ ਕਰਤੇ। ਇਹ ਜ਼ਿੰਮੇਵਾਰੀ ਸਾਰੀ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਨਿਭਾਈ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਦੇ ਆਪਣੇ ਸਲੋਕ ਅਤੇ ਗੁਰੂ ਅਮਰਦਾਸ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਭੱਟ ਸਾਹਿਬ ਭਗਤਾਂ ਦੀ ਬਾਣੀ, ਇਹ 3 ਚੀਜ਼ਾਂ ਹੋ ਗਈਆਂ। ਭਗਤਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਉਚਾਰਨ ਕੀਤੀ ਬਾਣੀ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ। ਇਹ ਫਿਰ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਜਦੋਂ ਦਿੰਦੇ ਨੇ, ਉਹ ਸਾਰੀ ਬਾਣੀ ਇੱਦਾਂ ਹੀ ਪੋਥੀ ਉਹਨਾਂ ਨੂੰ ਦੇ ਦਿੰਦੇ ਨੇ। ਇੱਦਾਂ ਹੀ ਗੁਰੂ ਅਮਰਦਾਸ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ 1574 ਈਸਵੀ ਦੇ ਵਿੱਚ, ਉਦੋਂ 40 ਸਾਲ ਦੀ ਉਮਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ, ਜਿੱਦਣ ਉਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਚੱਕਦੇ ਨੇ। ਕਿਉਂਕਿ 1534 ਈਸਵੀ 'ਚ ਭਾਈ ਜੇਠਾ ਜੀ ਦਾ ਜਨਮ ਹੁੰਦਾ ਹੈ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ, ਤੇ 34 ਤੋਂ 74 ਤੱਕ 40 ਸਾਲ ਦਾ ਇਹ ਸਮਾਂ ਬਣਦਾ ਹੈ। 40 ਸਾਲ ਦੀ ਏਜ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿੱਦਣ ਉਹ ਗੁਰਤਾ ਗੱਦੀ 'ਤੇ ਬੈਠਦੇ ਨੇ। ਹੁਣ ਇਹ ਗੱਲਾਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਹੇ ਹਾਂ ਕਿ ਵੇਖੋ, ਬੈਠੇ ਗੁਰੂ ਅਮਰਦਾਸ ਮਹਾਰਾਜ ਆਪ ਜ਼ਿੰਮੇਵਾਰੀ 'ਤੇ ਗੱਦੀ 'ਤੇ ਆ।
ਪਰ ਸਿੱਖ ਨੂੰ ਕੀ ਕਹਿੰਦੇ ਆਣ ਕੇ? ਆਵੋ ਸਿੱਖ, ਸਾਰੇ ਬੋਲੋ, ਆਵੋ ਸਿੱਖ ਕੀ ਕਰੋ ਆਣ ਕੇ? ਗਾਉਣ ਲਈ ਬਾਣੀ ਕਹਿ ਰਹੇ ਆ, ਮਤਲਬ ਬੈਠੇ ਆਪ ਆ, ਕਹਿੰਦੇ ਬਾਣੀ ਗਾਓ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਬਾਣੀਆਂ ਸਿਰ ਬਾਣੀ, ਦੁਨੀਆ ਦੀਆਂ ਤਮਾਮ ਬਾਣੀਆਂ ਦੇ ਉੱਪਰ ਸ਼੍ਰੋਮਣੀ ਬਾਣੀ, ਕਿਉਂਕਿ ਦੁਨੀਆ ਦੀਆਂ ਬਾਣੀਆਂ ਤੇ ਝੂਠੀ ਖੁਸ਼ਾਮਦ ਵੀ ਹੋ ਸਕਦੀ ਹੈ। ਕੋਈ ਬੰਦਾ ਕਵਿਤਾ ਲਿਖਦਾ ਤੇ ਕਿਸੇ ਦੀ ਤਾਰੀਫ ਕਰ ਸਕਦਾ ਹੈ ਨਾ, ਉਹ ਹੈਗੀ ਤੇ ਉਹ ਵੀ ਬਾਣੀ ਹੈ, ਪਰ ਉਹ ਬਾਣੀਆਂ ਸਿਰ ਬਾਣੀ ਨਹੀਂ ਨਾ, ਉਹ ਬਾਣੀ ਕਿਸੇ ਦੀ ਵਡਿਆਈ ਹੋ ਸਕਦੀ, ਕਿਸੇ ਦੀ ਮਹਿਮਾ ਕਹੀ ਹੋ ਸਕਦੀ ਹੈ। ਹੁਣ ਕਵੀ ਲੋਕ ਜਿਹੜੇ ਗਾਉਂਦੇ ਨੇ ਜਾਂ ਕੋਈ ਕਿਤਾਬ ਲਿਖਦਾ ਹੈ, ਕਿਤੇ ਨਾ ਕਿਤੇ ਨਾ ਚਾਹੁੰਦੇ ਹੋਵੇਂ ਵੀ ਬੰਦਾ ਕਿਸੇ ਬੰਦੇ ਦੀ ਵਡਿਆਈ ਕਰ ਸਕਦਾ ਹੈ, ਪਰ ਜਿਹੜੀ ਇਹ ਬਾਣੀ ਹੈ, ਇਸ ਬਾਣੀ ਵਿੱਚ ਤੁਹਾਨੂੰ ਕਿਸੇ ਇਨਸਾਨ ਦੀ ਵਡਿਆਈ ਨਹੀਂ ਮਿਲੇਗੀ ਸਿਵਾਏ ਇੱਕ ਅਕਾਲ ਤੋਂ। ਬਾਣੀਆਂ ਸਿਰ ਸਮੇਂ ਦੇ ਬਾਦਸ਼ਾਹ ਵੀ ਹੋਏ ਨੇ। ਪੁਰਾਣੇ ਸਮੇਂ 'ਚ ਐਸਾ ਹੁੰਦਾ ਸੀ, ਜੇ ਕੋਈ ਕਵੀ ਕਵਿਤਾ ਲਿਖਦਾ ਸੀ, ਉਹ ਰਾਜੇ ਦੇ ਦਰਬਾਰ ਵਿੱਚ ਰਾਜੇ ਦੀ ਵਡਿਆਈ ਨਾ ਕਰੇ ਤੇ ਉਹਦੀ ਕਵਿਤਾ ਮੁਕੰਮਲ ਨਹੀਂ ਸੀ ਮੰਨੀ ਜਾਂਦੀ, ਉਹਨੂੰ ਉਹ ਲਫ਼ਜ਼ ਬੋਲਣੇ ਪੈਂਦੇ ਸੀ ਤਾਂ ਪ੍ਰਮਾਣਿਤ ਮਿਲਦੀ ਸੀ ਉਸ ਕਵਿਤਾ ਨੂੰ। ਵਧੋ ਵਧੀ ਜਿਵੇਂ ਅੱਜ ਵੀ ਸਮਾਜ ਵਿੱਚ ਬੰਦਾ ਕਿਤੇ ਨਾ ਕਿਤੇ ਵਡਿਆਈ ਦਾ ਭੁੱਖਾ ਹੈ ਵੀ ਕਿ ਦੋ ਸ਼ਬਦ ਮੇਰੇ ਬਾਰੇ ਕੋਈ ਬੋਲੇ। ਇਹ ਰਸ ਹੈ ਵੈਸੇ ਕਿ ਕੋਈ ਵਿਅਕਤੀ ਖਲੋਤਾ ਹੋਵੇ ਤੇ ਉਹ ਮੇਰੀ ਵਡਿਆਈ ਕਰੇ, ਮੇਰੀ ਮਹਿਮਾ ਕਰੇ, ਇਹ ਸਮਾਜ ਵਿੱਚ ਇੱਦਾਂ ਚੱਲਦਾ ਆਇਆ। ਪਰ ਗੁਰੂ ਪਾਤਸ਼ਾਹ ਜੀ ਦੇ ਵੇਲੇ ਸਮੇਂ ਸਮੇਂ ਦੇ ਬਾਦਸ਼ਾਹ ਵੀ ਹੋਏ, ਪਰ ਪਾਤਸ਼ਾਹ ਜੀ ਨੇ ਇੱਕ ਅੱਖਰ ਵੀ ਕਿਸੇ ਸੰਸਾਰੀ ਵਿਅਕਤੀ ਦੀ ਵਡਿਆਈ ਵਿੱਚ ਨਹੀਂ ਉਚਾਰਨ ਕੀਤਾ। ਈਵਨ ਇੱਥੋਂ ਤੱਕ ਤੁਸੀਂ ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਨੇ, ਮਾਤਾ ਪਿਤਾ ਹੈ, ਤੁਹਾਨੂੰ ਉਹਨਾਂ ਦੇ ਆਪਣੇ ਪਰਿਵਾਰ ਦੇ ਨਾਮ ਵੀ ਇਸ ਬਾਣੀ ਵਿੱਚੋਂ ਨਹੀਂ ਮਿਲਣਗੇ ਵੀ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦਾ ਕੋਈ ਜਨਮ ਤਰੀਕ ਦੱਸੀ ਹੋਵੇ ਕਿ ਮੈਂ ਆਪਣੇ ਪਰਿਵਾਰ ਦੀ ਵਡਿਆਈ ਕਰਨ ਆਇਆ। ਨਾ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਆਪਣੇ ਪਰਿਵਾਰ ਦੀ ਵਡਿਆਈ ਮਿਲੇਗੀ, ਨਾ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਣੇ ਜੀਵਨ ਦੀ ਵਡਿਆਈ ਕੋਈ ਮਿਲੇਗੀ। ਉਹਨਾਂ ਨੇ ਤਾਂ ਨਿਰੋਲ ਸਾਨੂੰ ਉਸ ਅਕਾਲ ਦੀ ਮਹਿਮਾ ਬਿਆਨ ਕੀਤੀ ਤੇ ਨਾਲ ਮਨੁੱਖ ਜਾਤੀ ਨੂੰ ਸਮਝਾਇਆ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਉਣਾ ਹੈ। ਤੂੰ ਆਹ ਹੈ ਜ਼ਿੰਦਗੀ ਜਿਉਣ ਦਾ ਤਰੀਕਾ। ਬਾਣੀ ਕੋ ਮੰਤਰ ਨਹੀਂ ਹੈ ਕਿ ਮੈਂ ਇੱਦਾਂ ਸ਼ਬਦ ਪੜ੍ਹਾਂ ਤੇ ਮੇਰੇ ਕੰਮ ਸਵਰ ਜਾਣਗੇ। ਬਾਣੀ ਨੇ ਮੈਨੂੰ ਤਿਆਰ ਕਰਨਾ ਕਿ ਤੈਨੂੰ ਆਪਣਾ ਕੰਮ ਆਪ ਸਵਾਰਨਾ ਪਵੇਗਾ। ਆ ਦੋਨਾਂ ਚੀਜ਼ਾਂ ਵਿੱਚ ਫਰਕ ਹੈ। ਇਹ ਕਹਿਣਾ ਵੀ ਮੈਂ ਇੱਦਾਂ ਬਾਣੀ ਪੜ੍ਹਾਂ ਮੇਰੀ ਦੁਕਾਨ ਚਲੀ ਜਾਏਗੀ, ਨਹੀਂ। ਬਾਣੀ ਪੜ੍ਹ ਕੇ ਮੈਂ ਆਪਣੇ ਆਪ ਨੂੰ ਤਿਆਰ ਕਰਨਾ ਕਿ ਮੈਂ ਆਪਣਾ ਵਧੀਆ ਕਾਰੋਬਾਰ ਚਲਾ ਸਕਾਂ, ਮੈਂ ਵਧੀਆ ਆਪਣਾ ਬਿਜ਼ਨਸ ਖੜਾ ਕਰ ਸਕਾਂ, ਮੈਂ ਵਧੀਆ ਸੰਸਾਰ ਤੇ ਮਨੁੱਖ ਜ਼ਿੰਦਗੀ ਜੂ ਸਕਾਂ। ਜਿਸ ਤਰੀਕੇ ਨਾਲ ਅਜੋਕੇ ਸਮਾਜ 'ਚ ਬਾਣੀ ਨੂੰ ਪੇਸ਼ ਕੀਤਾ ਜਾ ਰਿਹਾ ਕਿ ਭਾਈ ਆਹ ਸ਼ਬਦ ਪੜ੍ਹੋਗੇ ਤੁਹਾਡੇ ਇੰਝ ਕੰਮ ਸਵਾਰੇ ਜਾਣਗੇ, ਆਹ ਸ਼ਬਦ ਪੜ੍ਹੋ ਤੁਹਾਡੇ ਇੰਝ ਕੰਮ ਸਵਾਰੇ ਜਾਣਗੇ। ਗੁਰੂ ਸਾਹਿਬ ਜੀ ਨੇ ਕੋਈ ਲਾਲਚ ਦੇ ਕੇ ਬਾਣੀ ਨਹੀਂ ਪੜ੍ਹਾਇਆ। ਗੁਰੂ ਸਾਹਿਬ ਜੀ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਦਿੱਤਾ ਵੀ ਤੁਸੀਂ ਵੇਖਿਆ ਹੋਏਗਾ ਕਈ ਗੁਟਕਿਆਂ ਦੇ ਬਾਹਰ ਲਿਖਿਆ ਹੁੰਦਾ ਨਾ, ਦੁੱਖ ਭੰਜਨੀ। ਗੁਟਕਿਆਂ ਦੇ ਬਾਹਰ ਜਿਹੜੀਆਂ ਸੁਚੇਤ ਕਮੇਟੀਆਂ ਨੇ ਉਹ ਇਹ ਗੁਟਕੇ ਆਪਣੇ ਗੁਰਦੁਆਰਿਆਂ ਵਿੱਚ ਨਹੀਂ ਰੱਖਦੀਆਂ। ਜਿਹੜੀਆਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਦੀਆਂ, ਜਾਂ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਨੇ, ਉਹ ਕਹਿੰਦੇ ਕਿਉਂ ਰੱਖੀਏ? ਕਿਉਂਕਿ ਤੁਹਾਡੇ ਵਿੱਚੋਂ ਜਿੰਨੀਆਂ ਮੇਰੀਆਂ ਭੈਣਾਂ ਵੀਰ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੀ ਦੁੱਖ ਭੰਜਨੀ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਬਾਣੀ ਹੈ? ਜਿਨ੍ਹਾਂ ਨੇ ਪੜ੍ਹੀ ਹੈ ਉਹ ਕਹਿਣਗੇ ਨਹੀਂ ਹੈਗੀ, ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਗੁਰਬਾਣੀ ਦੀ ਤਰਤੀਬ ਨੂੰ ਵਿਗਾੜਨਾ ਹੈ। ਗੁਰੂ ਸਾਹਿਬ ਜੀ ਨੇ ਰਾਗਾਂ ਦੇ ਆਧਾਰਿਤ ਬਾਣੀ ਉਚਾਰਨ ਕੀਤੀ ਹੈ। ਪੌੜੀਆਂ ਮਿਲ ਜਾਣਗੀਆਂ, ਸ਼ਲੋਕ ਮਿਲ ਜਾਣਗੇ, ਕਿਉਂਕਿ ਜਿਹੜਾ ਚਲਾਕ ਬੰਦਾ ਸੀ ਜਿਹਨੇ ਆਪਣੀ ਦੁਕਾਨ ਚਲਾਉਣੀ ਸੀ ਉਹਨੇ ਪਹਿਲਾਂ ਮਾਨਸਿਕਤਾ ਪਰਖੀ ਹੈ। ਯਾਦ ਰੱਖਣਾ, ਜਿਹੜਾ ਦੁਕਾਨਦਾਰ ਬੰਦਾ ਹੁੰਦਾ ਹੈ ਨਾ, ਜਿਹਨੇ ਆਪਣਾ ਕਾਰੋਬਾਰ ਚਲਾਉਣਾ ਹੈ, ਉਹ ਪਹਿਲਾਂ ਕਸਟਮਰ ਦੀ ਮਾਨਸਿਕਤਾ ਪਰਖਦਾ ਵੀ ਇਹਨੂੰ ਚਾਹੀਦਾ ਕੀ ਹੈ। ਇੱਕ ਦੁਕਾਨ ਤੋਂ 10 ਗਾਹਕ ਮੁੜ ਜਾਣ ਇੱਕ ਦਿਨ 'ਚ, ਉਹਦਾ ਮੱਥਾ ਠਣਕਦਾ ਵੀ ਇਹਦਾ ਅਰਥ ਇਹ ਲੋਕਾਂ ਨੂੰ ਸਮਾਨ ਚਾਹੀਦਾ ਵੀ ਮੈਂ ਇਹ ਸਮਾਨ ਆਪਣੀ ਦੁਕਾਨ 'ਤੇ ਰੱਖਾਂ। ਕਰਿਆਨੇ ਵਾਲੀ ਦੁਕਾਨ 'ਤੇ, ਕੋਈ ਕੱਪੜੇ ਵਾਲੀ ਦੁਕਾਨ 'ਤੇ, ਕੋਈ ਹਾਰਡਵੇਅਰ ਦੀ ਦੁਕਾਨ 'ਤੇ ਜਾ ਕੇ ਉਹਨਾਂ ਦੇ ਸੰਬੰਧਿਤ ਕੋਈ ਵਸਤੂ ਮੰਗੇ ਤੇ ਬੰਦੇ ਕੋਲ ਹੋਵੇ ਨਾ, ਮੱਥਾ ਠਣਕਦਾ ਹੈ ਨਾ ਵੀ ਇੱਕ ਦਿਨ 'ਚ 4 ਕਸਟਮਰ ਮੁੜ ਗਏ, ਇਹਦਾ ਅਰਥ ਇਹ ਗਾਹਕ ਹੈਗੇ ਨੇ। ਬੰਦੇ ਨੂੰ ਗਾਹਕ ਨੇ ਮਜਬੂਰ ਕਰ ਦਿੱਤਾ ਕਿ ਤੂੰ ਆਹ ਸਮਾਨ ਆਪਣੀ ਦੁਕਾਨ 'ਚ ਰੱਖ, ਮੈਂ ਲੈਣ ਨੂੰ ਤਿਆਰ ਹਾਂ। ਸਮਾਜ ਦੀ ਮਾਨਸਿਕਤਾ ਨੇ, ਸਮਾਜ ਦੀ ਮਾਨਸਿਕਤਾ ਕੀ ਸੀ? ਮੈਨੂੰ ਪੁੱਤ ਚਾਹੀਦਾ ਹੈ, ਮੈਂ ਦੁੱਖਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ, ਮੇਰਾ ਕਾਰੋਬਾਰ ਵਧੀਆ ਚੱਲੇ। ਉਹਨੇ ਕਿਹਾ ਅੱਛਾ ਇਹ ਕਸਟਮਰ ਦੁਨੀਆ 'ਤੇ ਹੈਗੇ ਨੇ ਜਿਹੜੇ ਲੋਕ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਨੇ। ਉਹ ਕਹਿੰਦੇ ਕੱਢੋ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ, ਉਹਨਾਂ ਸ਼ਬਦਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕਰੋ ਤੇ ਉੱਤੇ ਲਿਖ ਦਿਓ ਦੁੱਖ ਭੰਜਨੀ ਬਾਣੀ, ਭਾਵ ਤੁਹਾਡੇ ਦੁੱਖਾਂ ਨੂੰ ਦੂਰ ਕਰ ਦੇਵੇਗੀ ਇਹ ਬਾਣੀ। ਹੁਣ ਇਹ ਸਰਲੇਖ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ,
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਡਾ ਫਰਜ਼ ਬਣਦਾ ਕਿ ਜਿਹੜੇ ਲੋਕ ਬਾਣੀ ਦੀ ਤਰਤੀਬ ਵਿਗਾੜ ਰਹੇ ਨੇ ਅਸੀਂ ਉਹਨਾਂ ਨੂੰ ਪੁੱਛਣ ਦੀ ਹਿੰਮਤ ਰੱਖੀਏ। ਪਰ ਪੁੱਛੂ ਕੌਣ? ਜਿਹਨੇ ਗੁਰਬਾਣੀ ਖੁਦ ਆਪ, ਬੋਲੋ ਸਾਰੇ, ਪੜ੍ਹੀ ਹੋਏਗੀ। ਜਿਹਨੇ ਪੜ੍ਹੀ ਨਹੀਂ ਹੈ ਉਹ ਤਾਂ ਉਹਨੂੰ ਤਾਂ ਇੱਦਾਂ ਗੁੰਮਰਾਹ ਕਰਨਗੇ। ਵੇਖੋ ਜੀ, ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੀ ਨੇ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਆ, ਪਰ ਗੁੰਮਰਾਹ ਕੀਤਾ ਜਾ ਰਿਹਾ। ਆਹ ਸ਼ਬਦ ਪੜ੍ਹੋਗੇ ਤੁਹਾਡਾ ਕਾਰੋਬਾਰ ਚੱਲੇਗਾ, ਆਹ ਸ਼ਬਦ ਪੜ੍ਹੋਗੇ ਤੁਹਾਡੇ ਘਰ ਪੁੱਤ ਹੋਏਗਾ, ਆਹ ਸ਼ਬਦ ਪੜ੍ਹੋ ਤੁਹਾਡੇ ਘਰ ਲੜਾਈ ਨਹੀਂ ਹੋਏਗੀ, ਆਹ ਸ਼ਬਦ ਪੜ੍ਹੋ ਤੁਸੀਂ ਮੁਕੱਦਮਾ ਜਿੱਤ ਲਓਗੇ। ਕੀ ਮਹਾਰਾਜ ਨੇ ਇਹ ਸ਼ਬਦ ਇਹਨਾਂ ਕੰਮਾਂ ਲਈ ਉਚਾਰਨ ਕੀਤੇ ਸੀ? ਗੁਰੂ ਸਾਹਿਬ ਨੇ ਸਾਨੂੰ ਤਿਆਰ ਕੀਤਾ। ਅੱਜ ਪ੍ਰੋਬਲਮ ਇਹ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਉਂਝ ਨਹੀਂ ਸਮਝ ਪਾਏ ਜਿੱਦਾਂ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਸੀ। ਸਮਝ ਨਹੀਂ ਪਾਏ ਅਸੀਂ। ਬਾਣੀ ਤਗੜਾ ਕਰਦੀ ਸਾਨੂੰ। ਤੁਸੀਂ ਹੁਣ ਕਹੋ ਦੁੱਖ ਨਾ ਆਵੇ, ਤਕਲੀਫ ਨਾ ਆਵੇ, ਇਹ ਕਿੱਦਾਂ ਹੋਏਗਾ? ਦੁੱਖ ਤਕਲੀਫ ਆਉਣੇ ਨੇ, ਇਹ ਸੰਸਾਰ ਦੀ ਬਣਤਰ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਆ, ਪਹਿਰੇ ਜਾਏ ਮਨੁੱਖ। ਜਿਵੇਂ ਤੁਸੀਂ ਸਵੇਰੇ ਆਪਣੇ ਤਨ 'ਤੇ ਕੱਪੜਾ ਪਾਉਂਦੇ ਹੋ, ਸਦਾ ਪਾ ਕੇ ਨਹੀਂ ਰੱਖ ਸਕਦੇ, ਅਕਸਰ ਗੰਦਾ ਹੋਣਾ ਉਹਨੇ। ਤੁਹਾਨੂੰ ਦੂਜੇ ਬਸਤਰ ਧੋਤੇ ਹੋਏ ਪਾਉਣੇ ਪੈਣੇ ਨੇ। ਤੁਸੀਂ ਕਹਿ ਸਕਦੇ ਹੋ ਇੱਕੋ ਹੀ ਬਸਤਰ ਮੇਰੇ ਤਨ 'ਤੇ ਰਹਿਣ, ਐਸਾ ਕਦੀ ਵੀ ਨਹੀਂ ਹੁੰਦਾ। ਤੇ ਸਮਾਜ ਵਿੱਚ ਇੱਦਾਂ ਕਦੀ ਵੀ ਨਹੀਂ ਹੁੰਦਾ। ਜਿਸ ਘਰ ਦੇ ਬਾਹਰ ਲੜੀਆਂ ਲੱਗੀਆਂ ਹੁੰਦੀਆਂ ਨੇ, ਲੋਕ ਵਧਾਈ ਦੇਣ ਆਉਂਦੇ ਨੇ, ਤੁਹਾਡੇ ਘਰ ਪੋਤਰਾ ਹੋਇਆ ਹੈ, ਤੁਹਾਡੇ ਘਰ ਪੁੱਤਰ ਹੋਇਆ ਹੈ, ਤੁਹਾਡੇ ਘਰ ਬੇਟੇ ਦਾ ਆਨੰਦ ਕਾਰਜ ਹੋਇਆ, ਵਧਾਈ ਹੋਵੇ। ਪਰ ਘਰ ਉਹ ਹੀ ਹੁੰਦਾ ਜਿੱਦਣ ਕੋਈ ਅਫਸੋਸ ਕਰਨ ਵਾਸਤੇ ਵੀ ਆਉਂਦਾ। ਹੁਣ ਤੁਸੀਂ ਕਹੋ ਮੇਰੇ ਘਰ 'ਚ ਹਮੇਸ਼ਾ ਲੋਕ ਵਧਾਈ ਦੇਣ ਆਉਣ, ਕਦੀ ਮੇਰੇ ਘਰ ਕੋਈ ਮੂੰਹ ਨਾ ਕਵੇ ਹੀ ਨਾ, ਤੇ ਫਿਰ ਇਹਦਾ ਅਰਥ ਤੁਸੀਂ ਚਾਹੁੰਦੇ ਨਹੀਂ ਤੁਹਾਡੇ ਘਰ 'ਚੋਂ ਕਦੀ ਕੋਈ ਜੀ ਜਾਵੇ। ਅੰਦਾਜ਼ਾ ਲਾ ਕੇ ਵੇਖੋ ਸਮਾਜ ਵਿੱਚ, ਕਿਉਂਕਿ ਸਾਡੀ ਫਿਤਰਤ ਐਸੀ ਬਣੀ ਹੈ, ਅਸੀਂ ਨਫਾ ਚਾਹੁੰਦੇ ਹਾਂ, ਨੁਕਸਾਨ ਕਦੀ ਨਹੀਂ ਚਾਹੁੰਦੇ। ਪਰ ਬਾਣੀ ਆਂਦੀ ਹੈ ਆਪਣੇ ਆਪ ਨੂੰ ਪ੍ਰਪੇਅਰ ਰੱਖ, ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਜਿਹੜੇ ਲੋਕ ਬਿਪਤਾ ਪੈਣ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਰੱਖਦੇ ਆ, ਜਿੱਦਣ ਬਿਪਤਾ ਪੈਂਦੀ ਆ ਉਹ ਘਬਰਾਉਂਦੇ ਨਹੀਂ। ਜਿਹਨੇ ਸੋਚਿਆ ਹੀ ਨਾ ਹੋਵੇ ਕਿ ਮੇਰੇ 'ਤੇ ਕਦੀ ਬਿਪਤਾ ਵੀ ਪੈ ਸਕਦੀ ਹੈ, ਤੇ ਬਿਪਤਾ ਪੈ ਜਾਏ, ਡੋਲੇਗਾ ਨਾ ਬੰਦਾ। ਜਿਹੜਾ ਪਹਿਲਾਂ ਪ੍ਰਪੇਅਰ ਹੈ, ਇੱਦਾਂ ਵੀ ਹੋ ਸਕਦਾ, ਮੈਂ ਆਹ ਕੰਮ ਕੀਤਾ ਇੱਦਾਂ ਵੀ ਹੋ ਸਕਦਾ। ਜੇ ਹੋ ਗਿਆ ਕਹਿੰਦਾ ਮੈਨੂੰ ਪਹਿਲਾਂ ਪਤਾ ਸੀ, ਮੈਂ ਇੰਨੀ ਕੁ ਆਪਣੀ ਪਹਿਲਾਂ ਤਿਆਰੀ ਕਰਕੇ ਬੈਠਾ ਹੋਇਆ ਵੀ ਇੱਦਾਂ ਵਾਪਰ ਸਕਦਾ ਹੈ। ਪਾਤਸ਼ਾਹ ਜੀ ਨੇ ਬਾਣੀ ਇੱਦਾਂ ਕਰਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਸਿੱਖਾਂ ਨੂੰ ਸੰਬੋਧਨ ਕਰਕੇ ਆਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ, ਸਾਰੇ ਬੋਲੋ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ। ਹੁਣ ਇਸ ਬਾਣੀ ਨੂੰ ਹਿਰਦੇ 'ਚ ਸਮਾਉਣ ਦਾ ਅਰਥ ਕੀ ਹੈ? ਕਿਉਂਕਿ ਸਾਡੇ ਸਰੀਰ ਦੀ ਅਗਵਾਈ ਕੌਣ ਕਰਦਾ? ਤੁਸੀਂ ਹੁਣ ਗੁਰਦੁਆਰਾ ਸਾਹਿਬ ਆਏ ਜੀ, ਤੁਹਾਨੂੰ ਗੁਰਦੁਆਰਾ ਸਾਹਿਬ ਕੌਣ ਲੈ ਕੇ ਆਇਆ? ਸਾਡਾ ਮਨ। ਜੇ ਮਨ ਨਾ ਕਹਿੰਦਾ, ਭਾਵੇਂ ਘਰ ਦੇ ਸਾਰੇ ਜੀ ਕਹਿੰਦੇ ਚੱਲ ਸਮਾਗਮ ਹੋ ਰਿਹਾ ਚੱਲ, ਨਹੀਂ ਸੀ ਆਉਣਾ ਸੀ। ਕਿਉਂਕਿ ਮਨ ਕੋਲ ਕਈ ਬਹਾਨੇ ਨੇ। ਮਨ ਕਹਿੰਦਾ ਨਹੀਂ ਆਪਣੀ ਦੁਕਾਨ ਖੋਲ੍ਹਣੀ ਹੈ, ਮੈਂ ਬ੍ਰੇਕਫਾਸਟ ਤਿਆਰ ਕਰਨਾ, ਮੈਂ ਫਲਾਣੇ ਥਾਂ 'ਤੇ ਜਾਣਾ। 36 ਬਹਾਨੇ ਮਨ ਨੇ ਘੜ ਦੇਣੇ ਸੀ। ਪਰ ਜਦੋਂ ਮਨ ਤਿਆਰ ਸੀ ਉਹਨੇ ਕਿਸੇ ਦੀ ਸੁਣੀ ਨਹੀਂ। ਤੁਸੀਂ ਵੇਖਿਆ ਜਦੋਂ ਤੁਹਾਡਾ ਮਨ ਕਿਸੇ ਕੰਮ ਲਈ ਤੁਹਾਡਾ ਮਨ ਕਰਦਾ ਹੈ ਕਿ ਆਹ ਮੈਂ ਕੰਮ ਕਰਨਾ ਹੈ, ਸਾਰੇ ਪਰਿਵਾਰ ਦੇ ਜੀ ਇੱਕ ਬੰਨੇ ਹੋ ਜਾਣ, ਬੰਦਾ ਉਹ ਕੰਮ ਕਰਕੇ ਹਟਦਾ ਹੈ। ਕਿਉਂਕਿ ਤੁਹਾਡੇ ਮਨ 'ਚ ਐਡੀ ਪਾਵਰ ਹੈ। ਇਹਦਾ ਮਤਲਬ ਤੁਹਾਡਾ ਹੱਥਾਂ ਪੈਰਾਂ ਦੇ ਵਿੱਚ, ਪੈਰਾਂ ਦੇ ਹੱਥ ਕੁਝ ਨਹੀਂ ਹੈ। ਜੇ ਤੁਸੀਂ ਕਹੋ ਵੀ ਪੈਰ ਚੱਲ ਕੇ ਆਏ ਨੇ, ਨਹੀਂ, ਪੈਰਾਂ ਨੂੰ ਤੇ ਮਨ ਤੋਰਦਾ। ਮਨ ਕਹਿੰਦਾ ਇੱਧਰ ਨੂੰ ਤੁਰ ਪਾ, ਮਨ ਕਹਿੰਦਾ ਤੂੰ ਅੱਜ ਕਿਸੇ ਅੱਡੇ 'ਤੇ ਜਾ, ਪੈਰ ਅੱਡੇ ਵੱਲ ਨੂੰ ਤੁਰ ਪੈਂਦੇ ਨੇ। ਮਨ ਕਹਿੰਦਾ ਅੱਜ ਨਸ਼ੇ ਦੀ ਦੁਕਾਨ 'ਤੇ ਜਾ, ਪੈਰ ਉੱਧਰ ਨੂੰ ਤੁਰ ਪੈਂਦੇ ਨੇ। ਜਿੱਦਾਂ ਮਨ ਕਹਿੰਦਾ, ਜਿੱਦਾਂ ਤੁਹਾਡੇ ਵਿਚਾਰ ਨੇ। ਹੁਣ ਇੱਥੇ ਸ਼ਬਦ ਵਰਤਿਆ, ਜਦੋਂ ਤੁਹਾਡੇ ਅੰਦਰ ਇਹ ਬਾਣੀ ਵਸੇਗੀ, ਸਾਡੇ ਪੈਰ ਚੰਗੇ ਬੰਨੇ ਤੁਰਨਗੇ, ਸਾਡੇ ਕੰਨ ਸਹੀ ਸੁਣਨਗੇ, ਸਾਡੀ ਜ਼ੁਬਾਨ ਸਹੀ ਬੋਲੇਗੀ, ਸਾਡੇ ਕਰਮ ਅੰਦਰ। ਇਹ ਵੀ ਇੱਕ ਪਰਿਵਾਰ, ਇਹ ਫੈਮਿਲੀ ਹੈ ਇੱਕ। ਜਿਵੇਂ ਆਪਾਂ ਇੱਕ ਪਰਿਵਾਰ 'ਚ ਰਹਿੰਦੇ ਹਾਂ ਨਾ, ਇੱਕ ਪਰਿਵਾਰ ਹੁੰਦਾ। ਆਹ ਸਾਡੀ ਬੋਡੀ ਦੇ ਵਿੱਚ ਇਹ ਵੀ ਇੱਕ ਪਰਿਵਾਰ ਹੈ। ਇਹ ਪਰਿਵਾਰ ਕੀ ਆ? ਅੱਖਾਂ, ਕੰਨ, ਨਾਸਾਂ, ਜ਼ੁਬਾਨ, ਇਹ ਕਰਮ ਇੰਦਰੇ, ਗਿਆਨ ਇੰਦਰੇ, ਇਹ ਸਾਡੇ ਮਨ ਦਾ ਇੱਕ ਕੁਟੰਬ ਹੈ, ਇੱਕ ਪਰਿਵਾਰ ਹੈ। ਜਦੋਂ ਆਪਾਂ ਬਾਣੀ 'ਚੋਂ ਇਹ ਗੱਲਾਂ ਪੜ੍ਹਦੇ ਹਾਂ ਕਿ ਦੀਨ ਦਇਆਲ ਭਰੋਸਾ ਤੇਰਾ ਸਭ, ਉਹ ਕਿਹੜਾ ਪਰਿਵਾਰ ਹੈ? ਆਹ ਪਰਿਵਾਰ ਹੈ ਵੀ ਦੀਨਾਂ ਤੇ ਦਇਆ ਕਰਨ ਵਾਲਿਆ, ਮੈਂ ਆਪਣੇ ਮਨ ਦਾ ਸਾਰਾ ਪਰਿਵਾਰ ਹੀ ਹੁਣ ਤੇਰੇ ਬੇੜੇ ਚਾੜਤਾ। ਹੁਣ ਅੱਖਾਂ ਦੀ ਮਜਾਲ ਕੀ ਹੈ? ਗਲਤ ਵੇਖ ਜਾਣ। ਹੁਣ ਕੰਨਾਂ ਦੀ ਮਜਾਲ ਕੀ ਹੈ? ਗਲਤ ਸੁਣ ਜਾਣ। ਹੁਣ ਜ਼ੁਬਾਨ ਦੀ ਮਜਾਲ ਕੀ ਹੈ? ਇਹ ਗਲਤ ਬੋਲ ਜਾਣ।
क्योंकि मैं ये थोड़ा मैं कल्ला तुरिया, मैं अपना परिवार भी तेरे बेड़े चढ़ाता। तो जिन्हां दे मन दे परिवार बेड़े चढ़ जाते आ सच दे, फिर तन दे परिवार जिहड़े वो तो सुखी अपने आप ही वसने ने, क्योंकि शुरुआत तो इत्थों होनी है ना। तुहाडी इस बॉडी का आगू तो मन ही है ना। हुण इत्थे शब्द वरतिया, आवो सिख सतगुरु के प्यारिओ गावो सच्ची बाणी, बाणी तां गावो गुरु केरी बाणियां सिर बाणी, जिनको नदर करम होवै अगे हिरदै तिना समाणी। किड्डा प्यारा वे, पीवो अमृत, पीवो। हुण आपां की पी रहे हैं सारे? अमृत पी रहे हैं। काहदे राहीं? कन्नां राहीं। इत्थों आवाज़ आ रही है, तुसीं सुन रहे जे ये गल किते घर टकाने वज गई, घर कर गई, तो सदा रहो हर रंग। बंदा फिर हरी दे रंग च रहूगा ना, काम कर के सोचूगा फिर मैं वो काम नहीं करना जिहदे नाल गुरु तो बेमुख होवां। अज बंदा हरी दे सदा हर रंग च थोड़ा है। अज तो बंदे दे रंग बदलते हैं। अज तो घर च खुशी होवे रंग होर है, गमी होवे रंग होर है, कारोबार चढ़दी कला च रंग होर है, कारोबार ढेंदी कला च ते रंग अवस्था जिन्हों कहिंदे आपां। पैर पैर ते बंदे दे जीवन च उतराव चढ़ाव आउंदे ने। इत्थे हुण शब्द वरतिया अमृत पीवो। अपनी जिंदगी च किहड़ा अमृत पीना है? आड़ आपां हुण पी रहे हाँ। जिनको नदर कर्म होवै हिरदे तिना समाणी, पीवो अमृत। ध्यान नाल सुणो, जिन्हां ने तुहाडे चों खंडे दी पौल लई है, जिहड़ी खंडे दी पौल है ना, ये तन ने छकनी है। जिहड़ी पंजां प्यारिਆਂ कोल खंडे दी पौल लैंदे, कौन पींदा है? तन पींदा है। तुहाडे मुख च चूले पाउंदे ने, तुहाडे केसां च पाउंदे ने, तुहाडे नेत्रां च पाउंदे ने, पर जिहड़ा मन ने अमृत पीना ना, वो बाणी दा है। खंडे दी पौल एक बार लै लिया, पर अमृत रोज़ पीना है। हुण साडे कई जाणगे मैनूं तो 35 साल हो गए अमृत छके नूं। इहदा मतलब तू रोज़ नहीं छकदा। कोई बंदा इदां कहे मैनूं तो 35 साल हो गए रोटी खाधी नूं। कोई तोग बनदी है जी? बोल के दस्सिओ। वो बोलो भाई, रोटी तो रोज़, खुराक तो रोज़ खानी। ब्रेकफास्ट करदा है दोपहर 1-2 वजे, फिर चाहिदा इहनूं शाम नूं फिर कुछ ना कुछ खाण लई चाहिदा। रात खा के सौंदा, सवेरे उठदिआं सार फिर चाहिदा। हुण जिहड़ा बंदा ये कह रहा ना भी मैनूं तो 35 साल हो गए अमृत छके नूं, खंडे दी पौल लै नूं 35 साल होए ने, अमृत तां रोज़ पीना है। खंडे दी पौल, तूं एडमिशन फार्म भरिया सी 30 साल पहलां, पढ़ाई तां जारी है। बच्चा एडमिशन फार्म भरदा है, मुड़ के पढ़ाई तो चली जाती है उसकी। LKG UKG नर्सरी फस्ट क्लास सैकंड क्लास तुरया जाता मुड़ के काम। हुण इत्थे शब्द वरतिया, कहंदे ने अमृत पीना। जिनको नदर कर्म होवै हिरदै तिना समाणी, पीवो अमृत। ये अमृत किहने पीना? मन ने। मन अमृत पी रहा, कीर्तन के रूप च, पाठ के रूप च, कथा के रूप च। अमृत के कई तरीके ने। दुकान पर तुहाडा गाहक कोई नहीं आया, तुसीं अपने जिहड़ा तुहाडा स्टाफ है उहदे नाल बैठे भी जे तुसीं कोई चंगियां गल्लां कर रहे, तुसीं उत्थे भी अमृत पी रहे जे। तुसीं गड्डी ते सफ़र कर रहे जे, तुसीं कार दे विच सफ़र कर रहे, गल्लां तुसीं चंगियां रब दियां कर रहे जे, तुसीं कार चलाउंदिआं भी अमृत पी जा रहे जे। ते तुसीं कार चलाउंदिआं किसे दियां माड़ियां गल्लां कर रहे जे, बुरा सोच रहे जे, तुसीं जहर पी रहे जे। हुण फैसला अपना ही आ, जहर पीना के अमृत पीना। ये तो मर्जी अपनी है ना। पर याद रखी, पीण तो पहलां तू आज़ाद है, पीण तो बाद तेरी आज़ादी खत्म होगी। उदों जो पीता उहदा रिजल्ट आउणा है। पीण तो पहलां कई बंदे कहंदे ने अच्छा सब कुछ रब दे हुक्म च हो रहा है। हाँ जी हो रहा है, इस कोई शक नहीं, कोई दो राय नहीं। अच्छा फिर आड़े रेप हो रहा, क्राइम हो रहा, भ्रिष्टाचार हो रहा है, लीडरशिप माड़ी है, जो भी ये सब रब के हुक्म च हो रहा है। इस नुकते को समझना बहुत जरूरी है। समा बहुत अपनी रफ्तार जाता, मैं बड़ा दिल करता, बड़िया निक्कियां निक्कियां गल्लां ने जिहड़ियां तुहाडे नाल सांझियां करनियां जरूरीआं। अज हर बंदे दे जेहन च सवाल है, असीं अपने बच्चों की संतुष्टि नहीं करा पाउंदे, तां जाके साडा नौजवान दूजे रस्ते तुरदा है। हुण ध्यान नाल सुणिओ, असीं कहने सब कुछ रब के हुक्म च हो रहा है, इहदे च कोई दो राय नहीं। फिर ऐदा कह जाता ये कर्मां च इंज लिखिया सी, भागां च इंज लिखिया सी। जे कर्मां भागां च इंज लिखिया सी, रब दे हुक्म की व्याख्या समझिओ। बाणी आंदी हुक्म है अंदर बाहर। परमेश्वर का जिहड़ा हुक्म है ना, निजम है, सारी कायनात ते इक्को जिहा लागू है, इक्को जिहा। बस उस हुक्म दे विच जिद्दां दे तू कर्म करना, उहदा रिजल्ट तेरे सामने आउणा ही आउणा है। जपजी साहिब की दूसरी पौड़ी पढ़ो,
हुक्म लिख दुख सुख पाइए, एक ना हुक्मी बख्शीश एक हुक्मी सदा पुआइए। हुक्म लिख दुख सुख, हुण शब्द आया दुख ते सुख। ਜਿਹੜਾ मालक के हुक्म मुताबक जिंदगी जिउंदा है वो सुखी है, ਜਿਹੜਾ नहीं जिउंदा नाल ही दुख शब्द आ गया वो दुखी है। हुक्म लिख दुख सुख पाइए, एक ना हुक्मी बख्शीश एक हुक्मी सदा पुआइए। हुण हुक्मी उत्तम नीच, उत्तम शब्द भी आया तो नीच भी आया। ਜਿਹੜਾ ਉਹਦੇ हुक्म च तुरदा है वो उत्तम है, ਜਿਹੜਾ ਉਹਦੇ हुक्म की उलंघना करदा वो नीच है। ਜਿਹੜਾ हुक्म च तुरदा है वो सुखी है, ਜਿਹੜਾ हुक्म च नहीं तुरदा नाल दुख आया है। बख्शिश, ਜਿਹੜਾ ਉਹਦੇ हुक्म च तुरदा है वो बख्शिश का पात्र है, ਜਿਹੜਾ ਉਹਦੇ हुक्म च नहीं तुरदा वो पुआइए आ। भाव उतरा चढ़ा जिंदगी च दुख सुख आउंदे रहिंदे ने। बाप दे दो पुत्र ने, एक पुत्र माँ बाप की पूरी इज्जत करता है सत्कार करता है, माँ बाप के दुख सुख च उहदे नाल खड़ोंदा, दूजा परवाह नहीं कर। एग्जाम्पल देण लगा, जरूरी नहीं हर घर चेंज होवे। हुण माँ बाप के मन बनदा तो दोवां दा बराबर हिस्सा है, पर कई बारी ऐसे भी घरां च हुंदा भी बाप सोचदा जदों तू मेरी सेवा ही नहीं करनी, तू मैनूं पुछना ही नहीं, तैनूं पता ही नहीं मैनूं की दुख सुख है, मैं हुण तैनूं अपना हिस्सा नहीं देना, तेरा हिस्सा दे देंगा। पर कईयां घरां च हुंदा ना भी दो बच्चे ने दो बेटे ने, बाप की कहंदा कहंदा ते तीन हिस्से होणगे, दो बच्चियां दा आपो अपना एक मेरा, पर अखीर वो जिहड़ा एक बाप दा वो भी तो बच्चियां दे हिस्से होना ना, वो भी अद्धा अद्धा वंडिया जाना है। हुण बाप ने की कीता, उन्हें जिहड़ा नलायक पुत्र सी जिहने पुछिया नहीं उहनूं ओहदा हिस्सा ते देता, अपना हिस्सा जिस पुत्र नाल रहिंदा सी उहनूं देता, उहदे नाल रहण लग पिया। हुण समाज विच ऐसा वापरिया। हुण सोचो जिसा बत्ता नलायक सी वो अपने बाप का हिस्सा लै सकता सी ना, किदां जे अपने माँ बाप की वो भी इज्जत करता सत्कार करता, ਉਹਦੀ देखभाल करता, सवेरे उठ के पुछदा माता जी ठीक हो, पापा जी ठीक जे, तुहानूं कोई दुख तकलीफ तो नहीं। अपनी जायदाद लैण लई भी उहनूं अदालतां विच चक्कर लाउणे पए, केस चलदे। बाप दे चढ़ाई करन तो बाद वो अपने भरा ते केस करदा कि इहने कल्ले बाप का हिस्सा खा लिया, मैनूं क्यों नहीं दिता। ये मैं एग्जाम्पल दुनियावी दित्ती ताकि गल समझ विच पै जाए। जिन्हें गल मन्नी सी उहनूं अपने प्यो कोलों लैना भी नहीं पिया हिस्सा, बाप ने अपने आप ही अपना पूरा हिस्सा अपने उस पुत्र नूं दे दिता। बस सेम इदां है दुनिया ते असीं जिद्दां दा कर्म करदे हां उदां दे रिजल्ट नतीजे साडे सामने आउंदे ने। चंगा करांगे चंगा रिजल्ट, माड़ा करांगे माड़ा रिजल्ट। तां बाणी च आख्या सी खेत शरीर जो बीजिया अंत खलोआ आए। शरीर एक खेत है, इस जिद्दां दा बीज बीजोगे उदां दा तुहानूं वड्ढना पैना है। तो साडे समाज च तरह तरह दीयां गल्लां समाज विच फैलाईयां जांदियां ने। फिर गल समझिओ, बंदा कोई भी काम करन तो पहलां कोई भी कर्म याद रखना, कर्म करन पक्षों असीं आज़ाद हाँ। तुसीं किहड़ा कर्म करना चाहुंदे हो, तुसीं आज़ाद हो। तुसीं चंगा काम करना चाहुंदे हो, माड़ा काम करना चाहुंदे हो, तुहाडा किसी ने गुट नहीं फड़ना। पर कर्म करन तो बाद तुहाडी आज़ादी खत्म है। हुण बच्चा है, जो बच्चा एग्जाम दिंदा है, किदां दिंदा है जी, जिदन एग्जाम हुंदे ने बच्चे दे उदनों टीचर नूं कोई क्वेश्चन का आंसर पुछे दसेगा टीचर? भला एग्जाम दे रहा, टीचर विच तुर रहा इदां, उन्होंने क्वेश्चन का आंसर नहीं आ रहा, वो टीचर नूं पुछे सर मैनूं इहदा आंसर दिओ, टीचर दसेगा? बोल के दस्सिओ जी। क्यों नहीं? क्योंकि कहंदा अज तेरा एग्जाम है, अज नहीं दसना। तू मैनूं हफ्ता पहलां पुछदा ना, इसे क्वेश्चन का तैनूं मैं आंसर बहुत प्यार नाल सुण, अज नहीं, क्योंकि अज तो जो तू पढ़िया वो लिखे थे, अज नहीं। अच्छा जो तू लिखिया है ना, मेरा काम उहदे ते नंबर देने हैं, तू किन्ने % लैके पास होया। लिखना मैं नहीं है, लिखना किहने? स्टूडेंट ने। हुण साडे कहंदे ने रब ने कर्म लिखते। अच्छा जे रब कर्म लिखदा है फिर तो बंदा मुकत है। जिहड़े लोग आ समैकां वेचदे ने, ड्रग वेचदे ने, जे आ मोदी वर्गियां सरकार ने पब्लिक नूं तंग कीता, फिर तो रब ने लिखिया है। फिर तो 84 जो कुछ सड़ना होया मन रहीए आपां भी रब लिख गया सी कि तुहाडे नाल बोकारो, चास, दिल्ली, कानपुर तुहाडे नाल इंज वापरना। फिर तो ये मुक्त हो गए लोग, सज्जन कुमार वर्गे, टाइटल वर्गे तो मुक्त हो गए। प्यारे समझ आ रही कुछ? फिर तो बंदा मुक्त कर, फिर तो सरकारां मुक्त हो गईयां। तुसीं इत्थे आए, तुसीं अपने घर दे बाहर गड्डी डकी है, तुहाडी गड्डी कोई चोरी करके लै गया, की करोगे जी?
FIR दर्ज कराओगे? बोलो भाई, क्यों कराओगे? जे चोर कहे जी रब ने लिखिया सी मैं तुहाडी गली चोरी करनी, तुसीं को FIR दर्ज करा रहे जे? उत्थे क्यों नहीं मंनदे भी कर्मां 'च लिखिया सी? ओ भलेओ, कर्म रब नहीं, कर्म असीं लिखदे हां। एग्जाम स्टूडेंट लिखदा है, टीचर नहीं। टीचर तां लिखे होए एग्जाम दे उत्ते रिजल्ट सुणाउंदा है। फरीदा जे तू अकल लतीफ, पढ़ो अगे भला। काले, ये काले लेख लब लिखदा कि बंदा? वो तो बंदे नूं कह रहे फरीदा जे तू अकल लतीफ, काले आप नड़े गरीबान में सिर नीवा कर दे। हुण एक मां बाप के दो बच्चे ने, एक डॉक्टर बन गया है, एक बनया ही नहीं, एक फेल हो गया, किसी बन्ने भी नहीं लगा, ना इधर ना उधर। तो कल वो कह सकता ना ले मेरा की कसूर है, रब ने ये कर्मां 'च डॉक्टरी लिखी सी, मेरे कर्मां 'च नहीं लिखी। ये कर्मां 'च वड्डा घर लिखिया सी, मेरे कर्मां 'च नहीं लिखिया। नहीं, उस बच्चे ने अपने कर्म खुद बनाए ने। ਜਦੋਂ ਅੱਧੀ ਅੱਧੀ ਰਾਤ ਉੱਠ ਕੇ ਪੜ੍ਹਦਾ ਸੀ, ਉਹਦਾ ਸੌਣ ਨੂੰ ਦਿਲ ਕਰਦਾ ਸੀ, ਉਹ ਅੱਖਾਂ 'ਚ ਪਾਣੀ ਦੇ ਛਿੱਟੇ ਮਾਰਦਾ ਸੀ। ਘਰ ਦੇ ਫੰਕਸ਼ਨ ਅਟੈਂਡ ਕਰਨ ਜਾਂਦੇ ਸੀ, ਉਹ ਕਿਸੇ ਵਿਆਹ ਸ਼ਾਦੀ ਨੂੰ ਅਟੈਂਡ ਨਹੀਂ ਕੀਤਾ। ਉਹਨੇ ਦਿਨ ਰਾਤ ਤਪੱਸਿਆ ਕੀਤੀ ਹੈ, ਅੱਜ ਜਾ ਕੇ ਇਸ ਮੁਕਾਮ 'ਤੇ ਪਹੁੰਚਿਆ। ਜਦੋਂ ਤੁਸੀਂ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਇਸ ਤਰੀਕੇ ਨਾਲ ਬਾਣੀ ਤੇ ਰੱਬ ਦੇ ਸੰਕਲਪ ਬਾਰੇ ਦੱਸੋਗੇ, ਸਾਡੇ ਪੁੱਤਰ ਧੀਆਂ ਜ਼ਿੰਦਗੀ ਵਿੱਚ ਕਾਮਯਾਬ ਹੋਣਗੇ। जो असीं यही समझाता, विपर बड़ा तेज सी, उन्हें इस देश की लगातार गुलामी नूं पता की आख्या, तुहाडी किस्मत च लिखी है, तुहाडे भागां च लिखी है, तुसीं रहना ही गुलाम है, तुसीं आज़ाद कदी हो ही नहीं सकदा। वो तो गुरु साहब आए, उन्हें आख्या नहीं, तुसीं आज़ाद हो सकते हो। आओ फूटो आंडा भरम का, मने भयो प्रकाश। जदों तक पंछी का बच्चा आंडे च हुंदा है ना, वो गुलाम हुंदा है। जदों आंडा टुटदा है, वो आकाश में उडारियां मारदा है। अज असीं भी आंडे च, भरम के आंडे च, वहमां के आंडे च। पर याद रखना, पंछी के बच्चे का आंडा तो पंछी का कोई परिवार का जी तोड़ दू, माँ तोड़ दू, प्यो। तुसीं वेखिआ जो पंछी का आंडा, तुसीं डिस्कवरी चैनल वेखिओ, जो इदां चुंझ मारदा तो पंछी का बच्चा फिर बाहर निकलदा आंडे च, उडारी मारदा। पर जदों तक आंडे च सी, कैद सी ना, इदां असीं भी कैद हां भरमां दे आंडे च। फूटो, सारे बोलो फूटो आंडा कादा? भरम का। जिस महान सतगुर दा असीं प्रकाश पुरब मना रहे हैं, गुरु साहब जी ने साडे भरमां दे आंडे नूं भन्निआ है। आज़ाद हो। वो राहां ते नहीं तुरिया, वो तुरिया सी ते राह बन गए। कवि कहंदा गुरु नानक साहब किसी रस्ते तो थोड़ा तुरे, किसी दे बनाए रस्ते ते तुरन। गुरु साहब तां तुरदे गए, रस्ता अपने आप बनदा गया। वो राहां ते नहीं तुरिया, वो तुरिया सी, सारे बोलो राह बन गए। आकाश पंछी किसी दे बनाए रस्ते ते उड़दा है जी, वो तो जदों उड़दा जिधर नूं उहदा दिल करदा उधर ही उड़दा है। समुंदर विच मच्छी किसी नूं पुछ के तैरदी है भी मैं इधर नूं तैरां लावांगा, इधर नूं, जिधर नूं मूँह करदी उधर रस्ता अपने आप बन जाता है। सिखा तूं तां जिधर नूं मूँह करके तुरदा, कारोबार, बिजनस, वपार, कामयाबी तेरे कदम चुमनी सी, पर तू तो पुछण लग पिया। कई तो लोग पुत्रां धीआं दे विआह करन वेले भी गुरु ग्रंथ साहब अगे नमस्कार करन वाले भी पुछण जांदे किन्ने वजे बरात लैके जाइए, किहड़ा समा शुभ है, किहड़ा शुभ है, कपड़ा किन्ना लईए, किहड़े दिन घर प्रवेश करिए। ये कौन ने? जिहड़े अजे भरम दे आंडे विच बैठे होए ने। जे धन गुरु ग्रंथ साहब दा इत्थे शब्द वरतिया, जिनको नदर कर्म होवे हृदय तिना समाणी, पीवो अमृत सदा रहो हर रंग। अमृत नूं पीना है, सदा हरि दे रंग च रहना है, सदा रहो हर रंग। जपिओ सारंग पाणी, कहे नानक सदा गावो ए सच्ची बाणी। सदा गाओ। महाराज किन्नी की देर गाणी आ? कहंदे सदा ही गाउणी है, सदा ही बाणी गाउणी है, सदा ही बाणी चों एनर्जी लैनी है। ये बाणी तुहानूं अंदरों तगड़ा करदी है। बाणी है ना, शब्द विच किड्डी वड्डी ताकत है। तुसीं बैठे हो, तुहाडे लागे कोई आण के व्यक्ति ढैंदी कला की गल करदा है, तुहाडा मन नाल ही नर्वस हो जाता है तो शब्द ही है ना प्यारिओ। तुहानूं कोई मोबाइल ते गल करदा, तुहाडा कोई रिश्तेदार, तुहानूं कोई खबर आउंदी है मोबाइल ते, तुहानूं किसी दा कोई रिश्ते दा फोन आउंदा भी घटना वापर गई है तो शब्द ही है ना। वो शब्द बोले तुहाडा नाल ही मन
ਉਚਾਟ ਹੋ ਗਿਆ। ਪਰ ਇੱਕ ਖਬਰ ਤੁਹਾਨੂੰ ਕੋਈ ਚੰਗੀ ਸੁਣਾਉਂਦਾ, ਤੁਹਾਡਾ ਮਨ ਨਾਲ ਹੀ ਖੇੜੇ 'ਚ ਆ ਜਾਂਦਾ। ਇਹਦਾ ਅਰਥ ਕਿੰਨਾ ਕੁ ਜੁੜਿਆ ਹੋਇਆ ਤੁਹਾਡਾ। ਜੇ ਕੋਈ ਚੰਗੀ ਖਬਰ ਮਿਲੀ, ਚੰਗਾ ਸੁਨੇਹਾ ਮਿਲਿਆ, ਮਨ ਖੇੜੇ 'ਚ ਆ ਗਿਆ। ਮਾੜਾ ਸੁਨੇਹਾ ਮਿਲਿਆ ਤੇ ਮਨ ਉਦਾਸ ਹੋ ਗਿਆ। ਹੁਣ ਇੱਥੇ ਸ਼ਬਦ ਵਰਤਿਆ ਗੁਰਦੇਵ ਨੇ, ਕਹਿੰਦੇ ਬਾਣੀ ਵਿਚਾਰ ਜਿਹੜੀ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਬਖਸ਼ਿਸ਼ ਕਰਦੀ ਹੈ। ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ ਸਦਾ ਗਾਉਣੀ ਹੈ। ਹੁਣ ਗੁਰੂ ਅਮਰਦਾਸ ਤੋਂ ਬਾਅਦ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ 1574 ਈਸਵੀ 'ਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਿਹੜਾ ਅੰਮ੍ਰਿਤਸਰ ਸ਼ਹਿਰ ਅੱਜ ਤੁਸੀਂ ਵੇਖ ਰਹੇ ਹੋ ਨਾ, ਇਹ 1570 ਈਸਵੀ 'ਚ ਇਸ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਸੀ। ਕਿਹਨੇ? ਬਾਬਾ ਬੁੱਢਾ ਜੀ ਤੇ ਭਾਈ ਜੇਠਾ ਜੀ ਨੇ। ਉਸ ਵਕਤ ਗੁਰਤਾ ਗੱਦੀ 'ਤੇ ਗੁਰੂ ਅਮਰਦਾਸ ਮਹਾਰਾਜ ਬੈਠੇ ਸਨ ਜਦੋਂ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। 4 ਸਾਲ ਬਾਅਦ ਗੁਰੂ ਰਾਮਦਾਸ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ 74 ਦੇ ਵਿੱਚ, 74 ਦੇ ਵਿੱਚ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ। 30 ਰਾਗਾਂ 'ਚ ਭਾਈ ਜੇਠਾ ਜੀ ਗੁਰੂ ਰਾਮਦਾਸ ਬਣ ਕੇ ਫਿਰ ਬਾਣੀ ਉਚਾਰਨ ਕਰਦੇ ਨੇ। 74 ਤੋਂ ਲੈ ਕੇ 81 ਤੱਕ, 81 ਤੱਕ 7 ਸਾਲ ਗੁਰੂ ਰਾਮਦਾਸ ਗੁਰਤਾ ਗੱਦੀ 'ਤੇ ਰਹੇ। ਫਿਰ ਅੱਗੇ 1581 ਤੋਂ ਲੈ ਕੇ 1606 ਤੱਕ ਗੁਰੂ ਅਰਜਨ ਸਾਹਿਬ ਰਹੇ। 25 ਸਾਲ ਧੰਨ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਨੇ। ਸਾਸਨ ਜੇ ਮੁੱਢਲੀਆਂ ਗੱਲਾਂ ਨੇ, ਹਰ ਮਾਂ ਨੂੰ, ਹਰ ਪਿਤਾ ਨੂੰ, ਹਰ ਦਾਦੀ ਨੂੰ, ਹਰ ਪ੍ਰਚਾਰਕ ਨੂੰ, ਹਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਮੁੱਢਲੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ, ਸਾਨੂੰ ਕੋਈ ਉੱਥੇ ਰਾਹ ਜਾਂਦਾ ਪੁੱਛ ਹੀ ਲਵੇ, ਸਿੱਖੋ ਜਿਹੜੇ ਗੁਰੂ ਨੂੰ ਨਮਸਕਾਰ ਕਰਨ ਜਾਂਦੇ ਹੋ, ਇਹਦੀ ਹਿਸਟਰੀ ਕੀ ਹੈ, ਇਹ ਕਦੋਂ ਲਿਖਿਆ ਗਿਆ ਹੈ, ਇਹ ਕਿੱਦਾਂ ਬਾਣੀ ਹੋਂਦ ਵਿੱਚ ਆਈ ਹੈ, ਕਿੱਦਾਂ ਗੁਰੂ ਸਾਹਿਬ ਨੇ ਬਾਣੀ। ਮੈਂ ਇਹ ਸੰਖੇਪ ਵਿੱਚ ਜਾਣਕਾਰੀ ਦੇ ਰਿਹਾ ਕਿਉਂਕਿ ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ। ਮੈਂ ਤੁਹਾਨੂੰ ਸਿਰਫ ਮੁੱਢਲੀ ਇਹ ਗੱਲ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ। ਚੰਗੀਆਂ ਲਾਇਬ੍ਰੇਰੀਆਂ ਬਣਾਓ ਆਪਣੇ ਘਰਾਂ 'ਚ, ਚੰਗੀਆਂ ਕਿਤਾਬਾਂ ਰੱਖੋ। ਜਦੋਂ ਅੰਮ੍ਰਿਤਸਰ ਜਾਂਦੇ ਹੋ ਉੱਥੋਂ ਘੱਟ ਤੋਂ ਘੱਟ 10-15 ਕਿਤਾਬਾਂ ਹਰ ਵਾਰ ਲੈ ਕੇ ਆਓ, ਭਾਵੇਂ ਸਾਲ 'ਚ 1 ਵਾਰ ਜਾਓ, ਭਾਵੇਂ ਸਾਲ 'ਚ 2 ਵਾਰ ਜਾਓ। ਲਿਸਟਾਂ ਬਣਾਓ ਕਿਤਾਬਾਂ ਦੀਆਂ ਚੰਗੀਆਂ ਆਪਣੇ ਘਰਾਂ 'ਚ। ਅੱਜ ਕੱਲ੍ਹ ਤਾਂ ਔਨਲਾਈਨ ਸਭ ਕੁਝ ਮਿਲ ਜਾਂਦਾ ਹੈ। ਪੜ੍ਹਨ ਦੀ ਰੁਚੀ ਪੈਦਾ ਕਰੋ। ਜਦੋਂ ਸਾਨੂੰ ਕੁਝ ਪਤਾ ਹੋਏਗਾ ਅਸੀਂ ਆਪਣੇ ਪੁੱਤਰਾਂ ਧੀਆਂ ਨਾਲ ਸਾਂਝਾ ਕਰਾਂਗੇ। ਬਾਣੀ ਆਹ ਕਹਿੰਦੀ, ਉਪਦੇਸ਼ ਆਹ ਹੈ ਗੁਰੂ ਸਾਹਿਬ ਦਾ। ਅਸੀਂ ਇਸ ਪੱਖੋਂ ਹੌਲੀ ਹੌਲੀ ਕਿਤੇ ਨਾ ਕਿਤੇ ਕੋਰੇ ਰਹਿ ਗਏ। ਜਦੋਂ ਤੱਕ ਅਸੀਂ ਆਪ ਨਹੀਂ ਦੱਸਾਂਗੇ, ਸਾਨੂੰ ਆਪ ਨਹੀਂ ਪਤਾ ਹੋਏਗਾ, ਅਸੀਂ ਦੂਜਿਆਂ ਨਾਲ ਸ਼ੇਅਰ ਕਿੱਦਾਂ ਕਰਾਂਗੇ? ਜੋ ਪਤਾ ਹੋਏਗਾ ਸਾਂਝਾ ਕਰਾਂਗੇ ਕਿਸੇ ਨਾਲ। ਹੁਣ 74 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ 'ਤੇ ਬੈਠਦੇ ਨੇ, ਜਿੱਥੇ ਉਹਨਾਂ ਨੇ ਬਾਕੀ ਸੇਵਾਵਾਂ ਕੀਤੀਆਂ ਨੇ ਉੱਥੇ ਨਾਲ ਬਾਣੀ ਵੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਬਾਣੀ ਹੈ। ਕਿੰਨਿਆਂ ਰਾਗਾਂ 'ਚ ਹੈ ਜੀ? 30 ਰਾਗਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ। 30 ਰਾਗਾਂ 'ਚ ਹੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਇਹ ਗੁਰੂ ਸਾਹਿਬ ਜੀ ਨੇ ਜਦੋਂ ਬਾਣੀ ਉਚਾਰ, ਇੱਦਾਂ ਹੀ ਫਿਰ ਜਦੋਂ ਗੁਰੂ ਰਾਮਦਾਸ ਗੁਰਤਾ ਗੱਦੀ 'ਤੇ ਬੈਠੇ ਨੇ, ਉਹ ਵੀ ਕਹਿੰਦੇ ਨੇ ਬਾਣੀ ਗੁਰੂ ਬੈਠੇ ਆਪ ਆ, ਪਰ ਕੀ ਆਂਦੇ ਆ? ਬਾਣੀ ਗੁਰੂ। ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ। ਹੁਣ ਇਹਦਾ ਅਰਥ ਇਹ ਆ, ਗੁਰੂ ਸਾਹਿਬ ਨੇ ਕਿਸੇ ਜਿਸਮ ਦੇ ਲੜ ਨਹੀਂ ਲਾਇਆ, ਕਿਸੇ ਸਰੀਰ ਦੇ ਲੜ ਨਹੀਂ ਲਾਇਆ। ਸਤਿਗੁਰੂ ਜੀ ਨੇ ਸ਼ਬਦ ਬਾਣੀ ਦੇ ਲੜ ਲਾਇਆ, ਸਾਨੂੰ ਗਿਆਨ ਦਿੱਤਾ, ਉਪਦੇਸ਼ ਦਿੱਤਾ ਹੈ। ਹੁਣ ਤੁਹਾਡੇ ਘਰ ਵਿੱਚ ਗਲਾਸ ਹੈ, ਤੁਹਾਡੇ ਘਰ ਵਿੱਚ ਬਰਤਨ ਪਏ ਨੇ। ਆਪਾਂ ਬਰਤਨ ਖਰੀਦ ਕੇ ਦੁਕਾਨ ਤੋਂ ਲਿਆ ਕੇ ਆਪਣੇ ਘਰ ਸਜਾ ਲਏ। ਕੁਝ ਬਰਤਨ ਐਸੇ ਹੁੰਦੇ ਨੇ ਜਿਹੜੇ ਸਾਡੇ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੰਮ ਆਉਂਦੇ ਆ। ਸਵੇਰੇ ਬ੍ਰੇਕਫਾਸਟ ਵੀ ਉਹ 'ਚ ਕਰਦੇ ਹਾਂ, ਲੰਚ ਵੀ ਉਹ 'ਚ ਕਰਦੇ ਹਾਂ, ਡਿਨਰ ਵੀ ਉਹ 'ਚ ਕਰਦੇ ਹਾਂ। ਜਦੋਂ ਲੋੜ ਪੈਂਦੀ, ਪਿਆਸ ਲੱਗਦੀ, ਪਾਣੀ ਵੀ ਉਸੇ ਗਲਾਸ 'ਚ ਪੀਂਦੇ ਹਾਂ। ਪਰ ਕੁਝ ਬਰਤਨ ਐਸੇ ਹੁੰਦੇ ਆ ਨਾ, ਜਿਹੜੇ ਕਿਤੇ ਕੋਈ ਰਿਸ਼ਤੇਦਾਰ ਆਇਆ ਉਦੋਂ ਹੀ ਵਰਤੇ ਜਾਣੇ ਨੇ। ਅਤੇ ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਕਈ ਵਾਰੀ ਆਪਾਂ ਵਰਤੋਂ ਕੀਤੀ ਨਹੀਂ, ਖਰੀਦ ਕੇ ਲੈ ਜਾਂਦੇ ਨੇ। ਹੁਣ ਪਿਆਸ ਲੱਗੀ ਹੈ, ਗਲਾਸ 'ਚ ਪਾਣੀ ਤੁਹਾਡੇ ਤੱਕ ਆ ਗਿਆ, ਪਿਆਸ ਕਿਹਨੇ ਬੁਝਾਈ ਹੈ? ਗਲਾਸ ਨੇ ਕਿ ਪਾਣੀ ਨੇ? ਬੋਲ ਕੇ ਦੱਸਿਓ ਜੀ। ਗਲਾਸ ਆਪਣੇ ਆਪ ਪਿਆਸ ਥੋੜ੍ਹਾ ਬੁਝਾ ਸਕਦਾ, ਪਿਆਸ ਤੇ ਪਾਣੀ ਨੇ ਬੁਝਾਈ ਹੈ। ਹੁਣ ਤੁਸੀਂ ਆਪਣੇ ਸਾਹਮਣੇ ਪਲੇਟਾਂ ਰੱਖੀਆਂ, ਕੌਲੀਆਂ ਰੱਖੀਆਂ, ਕਟੋਰੀਆਂ, ਉਹ 'ਚ ਵਿੱਚ ਸਬਜ਼ੀ ਪ੍ਰਸ਼ਾਦਾ ਪਾਇਆ, ਭੁੱਖ ਕਿਹਨੇ ਮਿਟਾਈ ਹੈ? ਕਟੋਰੀਆਂ ਨੇ, ਬਰਤਨਾਂ ਨੇ। ਕਿਹਨੇ ਮਿਟਾਈ ਹੈ? ਜਿਹੜਾ ਵਿੱਚ ਉਹਦੇ ਭੋਜਨ ਪਿਆ ਹੈ। ਜੇ ਭੋਜਨ ਨਾ ਹੁੰਦਾ ਤੇ ਬਰਤਨ ਜਿੰਨੇ ਮਰਜ਼ੀ ਪਏ ਹੋਣ, ਜਿੰਨੀਆਂ ਮਰਜ਼ੀ ਪਲੇਟਾਂ ਪਈਆਂ ਹੋਣ, ਕੀ ਪਲੇਟਾਂ ਵਿੱਚ ਤਾਕਤ ਹੈਗੀ ਹੈ ਤੁਹਾਡੇ ਅੰਦਰ ਦੀ ਤ੍ਰਿਪਤੀ ਕਰਾ ਸਕਣ? ਬਸ ਹਾਂ, ਪਲੇਟ ਦਾ ਧੰਨਵਾਦ ਹੈ, ਕਟੋਰੀਆਂ ਦਾ ਧੰਨਵਾਦ ਹੈ ਕਿ ਉਹਦੇ ਰਾਹੀਂ ਭੋਜਨ ਮੇਰੇ ਤੱਕ ਆਇਆ ਹੈ। ਸਰੀਰ ਦੇ ਰਾਹੀਂ ਉਪਦੇਸ਼ ਆਇਆ ਹੈ, ਵਿਚਾਰ ਆਏ ਨੇ,
ਪਰ ਤ੍ਰਿਪਤੀ ਵਿਚਾਰਾਂ ਨੇ ਕੀਤੀ ਹੈ। ਜਿਹੜੀ ਸੰਤੁਸ਼ਟੀ ਹੈ ਨਾ ਉਹ ਵਿਚਾਰਾਂ ਦੁਆਰਾ ਹੋਈ ਹੈ। ਵਿਚਾਰਾਂ ਨੇ, ਜਦੋਂ ਤੱਕ ਬੰਦਾ ਬੋਲੇ ਨਾ, ਤੁਸੀਂ ਕਿੱਦਾਂ ਪ੍ਰਭਾਵਿਤ ਹੋ ਗਏ ਉਸ ਬੰਦੇ ਤੋਂ? ਬੰਦਾ ਬੋਲੇ ਪਤਾ ਲੱਗੂ ਜਾਂ ਤਾਂ ਸਿਆਣਾ ਹੈ ਅਤੇ ਜਾਂ ਇਹਨੂੰ ਪਤਾ ਕੁਝ ਨਹੀਂ। ਤਾਂ ਹੀ ਤੁਸੀਂ ਵੇਖਿਆ ਨਾ, ਕਿਸੇ ਬੰਦੇ ਨੂੰ ਗੱਲ ਨਾ ਕਰਨੀ ਆਉਂਦੀ ਹੋਵੇ ਤਾਂ ਕੋਸ਼ਿਸ਼ ਕਰਦੇ ਨੇ ਵੀ ਇਹ ਬੋਲੇ ਨਾ, ਨਹੀਂ ਤਾਂ ਬੋਲਣ ਪਾ ਜੋ ਉਘਾੜਿਆ ਜੋ ਮੂਲੀ ਪੱਤਾ। ਬੋਲਿਆਂ ਬੰਦੇ ਦਾ ਪਤਾ ਲੱਗਦਾ ਵੀ ਇਹਦੇ ਪੱਲੇ ਕੁਝ ਹੈਗਾ ਹੈ ਕਿ ਨਹੀਂ ਹੈਗਾ। ਚੁੱਪ ਤਾਂ ਕਈ ਵਾਰੀ ਸਾਰੇ ਸਿਆਣੇ ਲੱਗਦੇ ਨੇ, ਚੁੱਪ ਕਰਕੇ ਤਾਂ ਲੱਗਦਾ ਵੀ ਬੰਦਾ ਬਹੁਤ ਵਧੀਆ ਹੈ, ਪਰ ਇਹ ਤਾਂ ਬੋਲਣ ਤੋਂ ਪਤਾ ਲੱਗਣਾ। ਜੇ ਤਾਂ ਉਹਨੇ ਗੱਲ ਕੀਤੀ ਵਜਨਦਾਰ ਸਿਆਣੀ, ਕਹਿਣਾ ਬੰਦੇ ਦੇ ਪੱਲੇ ਕੁਝ ਹੈਗਾ, ਅਤੇ ਜੇ ਨਹੀਂ ਪਤਾ, ਕੋਈ ਗੱਲ ਵਧੀਆ ਨਹੀਂ ਕੀਤੀ, ਕਹਿਣਾ ਬਸ ਭਾਈ ਇਹ ਵੇਖਣ ਵਾਸਤੇ ਮੂਰਤੀ ਹੈ, ਇਹਨੂੰ ਵੇਖ ਲਓ, ਪਰਿਕਰਮਾ ਕਰ ਲਓ, ਬਸ ਇਹਦੇ ਤੋਂ ਵੱਧ ਕੇ ਇਹਦੇ ਕੋਲ ਹੋਰ ਕੁਝ ਵੀ ਨਹੀਂ ਹੈ। ਸਾਰੀ ਖੇਡ ਬੰਦੇ ਦੀ ਵਿਚਾਰਾਂ ਦੀ ਹੈ, ਵਿਚਾਰਾਂ 'ਤੇ ਨਿਰਭਰ ਹੈ। ਅਸੀਂ ਗੁਰੂ ਕੋਲ ਇਹੋ ਹੀ ਤਾਂ ਰੋਜ਼ ਲੈਣ ਆਉਂਦੇ ਹਾਂ ਕਿ ਮਹਾਰਾਜ ਮੈਂ ਇੱਕ ਇੱਕ ਵਿਚਾਰ ਵੀ ਰੋਜ਼ ਗ੍ਰਹਿਣ ਕਰਾਂ ਅਤੇ ਮੇਰੀ ਜ਼ਿੰਦਗੀ ਤਬਦੀਲ ਹੋ ਸਕਦੀ ਹੈ, ਮੈਂ ਜ਼ਿੰਦਗੀ ਵਿੱਚ ਕੋਈ ਬਦਲਾਅ ਲਿਆ ਸਕਦਾ ਹਾਂ। ਤੋ ਪਾਤਸ਼ਾਹ ਇੱਥੇ ਜਿਹੜੀ ਗੱਲ ਦੱਸ ਰਹੇ ਨੇ ਬਾ ਕਮਾਲ ਹੈ। ਇੱਦਾਂ ਹੀ ਜਦੋਂ ਭਾਈ ਜੇਠਾ ਜੀ ਜਦੋਂ ਗੁਰੂ ਰਾਮਦਾਸ ਬਣਦੇ ਨੇ, ਗੁਰੂ ਰਾਮਦਾਸ ਤੋਂ ਬਾਅਦ ਇਹ ਸਾਰੀ ਜ਼ਿੰਮੇਵਾਰੀ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਲੱਗ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਬਾਕੀ ਕਾਰਜ ਕੀਤੇ, ਆ ਜਿਹੜੀ ਬਾਣੀ ਦੀ ਤਰਤੀਬ ਤੁਸੀਂ ਵੇਖ ਰਹੇ ਹੋ, ਜਿਹੜੀਆਂ ਵਾਰਾਂ ਦੀ ਤਰਤੀਬ ਹੈ, ਕਿੰਨਿਆਂ ਪੌੜੀਆਂ ਨਾਲ ਕਿੰਨੇ ਸ਼ਲੋਕ ਲਾਏ ਨੇ, ਇਹ ਸਾਰੀ ਤਰਤੀਬ ਕਿਹਨੇ ਦਿੱਤੀ ਹੈ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਬਾਣੀ ਦੀ ਲਿਖਵਾਈ ਕਿਹਨੇ ਕੀਤੀ ਸੀ? ਭਾਈ ਗੁਰਦਾਸ ਜੀ ਨੇ। ਅੰਮ੍ਰਿਤਸਰ ਦੀ ਧਰਤੀ 'ਤੇ ਸਾਰੀ ਬਾਣੀ ਉਹਨਾਂ ਕੋਲ ਲਿਖਵਾਈ ਗਈ। ਗੁਰੂ ਸਾਹਿਬ ਜੀ ਨਾਲ ਨਾਲ ਪੌੜੀਆਂ ਦੇ ਸ਼ਲੋਕ ਦੱਸੀ ਗਏ, ਅੰਕਿਤ ਕੀਤੇ, ਸਾਰੀ ਬਾਣੀ ਪਹੁੰਚੀ ਅਤੇ ਇਸ ਮਹਾਨ ਸਤਿਗੁਰ ਦੀ ਬਾਣੀ ਦਾ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਗਿਆ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਇਹਦੇ ਵਿੱਚ ਬਾਅਦ ਵਿੱਚ ਅੰਕਿਤ ਹੁੰਦੀ ਹੈ। ਇੱਦਾਂ ਫਿਰ ਅਖੀਰ 'ਤੇ 1708 ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰਕੇ ਇਹ ਜਿਹੜੇ ਦੋਹਰੇ ਅਸੀਂ ਕਵੀਆਂ ਦੇ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋ ਇਹ ਇੱਦਾਂ ਹੌਲੀ ਹੌਲੀ ਬਾਣੀ ਸਾਡੇ ਕੋਲ ਪਹੁੰਚੀ ਆ। ਫਿਰ ਅਸੀਂ ਉਸ ਬਾਣੀ ਨੂੰ ਸਮਝ ਕੇ ਵਿਚਾਰ ਕੇ, ਅੱਜ ਸਾਡੇ ਕੋਲ ਤੇ ਬੜੇ ਵੱਡੇ ਸਾਧਨ ਨੇ ਬਾਣੀ ਨੂੰ ਸਮਝਣ ਦੇ। ਪੁਰਾਣੇ ਸਮੇਂ ਤਾਂ ਸਿੱਖਾਂ ਕੋਲ ਕਿੰਨੀ ਔਖਿਆਈ ਸੀ, ਕਿੱਦਾਂ ਬਾਣੀ ਪੜ੍ਹਦੇ, ਤੁਰੇ ਫਿਰਦਿਆਂ ਵੀ ਸਹਿਜ ਪਾਠ। ਇਹ ਕੋਸ਼ਿਸ਼ ਕਰੋ ਆਪਣੇ ਘਰਾਂ 'ਚ ਸਹਿਜ ਪਾਠ ਜ਼ਰੂਰ ਕਰੋ, ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਪੜ੍ਹ ਲਓ। ਵਹਿਮ ਨਹੀਂ ਕਰਨਾ, ਪਰਿਵਾਰਾਂ ਵਿੱਚ ਆਪਣੀ ਆਦਤ ਪਾਓ। ਜੇ ਤੁਸੀਂ ਕਹੋ ਟਾਈਮ ਨਹੀਂ ਹੈਗਾ, ਟਾਈਮ ਹੈ ਬੰਦੇ ਕੋਲ, ਵਕਤ ਹੈ, ਵਕਤ ਕੱਢਣਾ ਪੈਂਦਾ। ਤੁਸੀਂ ਬਾਕੀ ਕੰਮਾਂ ਲਈ ਵਕਤ ਕੱਢਦੇ ਹੋ ਨਾ, ਟਾਈਮ ਨਹੀਂ ਹੈ, ਟਾਈਮ ਤੁਹਾਨੂੰ ਕੱਢਣਾ ਪੈਣਾ। ਜਿਹੜੇ ਬੰਦੇ ਕਰਦੇ ਆ ਉਹ ਸਫ਼ਰ ਕਰਦਿਆਂ ਵੀ ਪੜ੍ਹ ਲੈਂਦੇ ਆ, ਬੈਠਿਆਂ ਵੀ ਪੜ੍ਹ ਲੈਂਦੇ ਆ। ਘਰ 'ਚ ਕੰਮ ਕਾਰ ਕੀਤਾ, ਇੱਕ ਰੂਟੀਨ ਬਣਾ ਲਓ ਵੀ ਇੰਨਾ ਟਾਈਮ ਮੈਂ ਰੋਜ਼ 15 ਮਿੰਟ ਅੱਧਾ ਘੰਟਾ ਸਤਿਗੁਰੂ ਦੀ ਬਾਣੀ ਦਾ ਅਭਿਆਸ ਕਰਨਾ। ਫਿਰ ਬਦਲਾਅ ਵੇਖਿਓ, ਤੁਸੀਂ ਰੋਜ਼ ਆਪਣੇ ਆਪ ਨਾਲ ਲੜਨਾ ਸ਼ੁਰੂ ਕਰੋਗੇ। ਲੜਨਾ ਪਤਾ ਕਿੱਦਾਂ? ਜਿਵੇਂ ਮਨ ਕਹਿੰਦਾ ਕੋਈ ਗਲਤ ਕੰਮ ਕਰਨ ਨੂੰ, ਆਪਣੇ ਮਨ ਨਾਲ ਜੰਗ ਕਰਨੀ ਹੈ। ਜੋ ਜਨ ਲੂਝੇ ਮਨੇ ਸਿਓ ਬਾਣੀਆਂ ਦੀ ਸੇ ਪੂਰੇ ਪ੍ਰਧਾਨਾ। ਜਿਹਨੂੰ ਆਪਣੇ ਮਨ ਨਾਲ ਲੜਨਾ ਆ ਗਿਆ ਉਹ ਜ਼ਿੰਦਗੀ 'ਚ ਸਫਲ ਇਨਸਾਨ ਹੈ। ਜਿਹਨੂੰ ਆਪਣੇ ਮਨ ਨਾਲ ਲੜਨਾ ਨਹੀਂ ਆਉਂਦਾ ਉਹ ਜ਼ਿੰਦਗੀ 'ਚ ਕਦੀ ਕਾਮਯਾਬ। ਤੁਸੀਂ ਕੀ ਸੋਚਦੇ ਹੋ ਜਿਹੜੇ ਸਟੂਡੈਂਟ ਜਦੋਂ ਐਗਜ਼ਾਮ ਦੇਣ ਜਾਂਦੇ ਆ, ਉਹਨਾਂ ਦਾ ਸੌਣ ਨੂੰ ਦਿਲ ਨਹੀਂ ਕਰਦਾ, ਉਹਨਾਂ ਦਾ ਖੇਡਣ ਨੂੰ ਦਿਲ ਨਹੀਂ ਕਰਦਾ? ਕਰਦਾ ਹੈ, ਪਰ ਉਹ ਆਪਣੇ ਮਨ ਨੂੰ ਕਹਿੰਦੇ ਮਨਾ, ਜੇ ਅੱਜ ਵੱਧ ਸੌਂ ਲਿਆ, ਵੱਧ ਖਾ ਲਿਆ, ਉੱਥੇ ਮੌਜ ਮਸਤੀ ਕਰ ਲਈ, ਆਹ ਦਿਨ ਜ਼ਿੰਦਗੀ 'ਚ ਤੈਨੂੰ ਦੁਬਾਰਾ ਨਹੀਂ ਮਿਲ। ਜੇ ਤੂੰ ਚਾਹੁੰਦਾ ਹੈ ਤੇਰੀ ਕਾਮਯਾਬੀ ਕਦਮ ਚੁੰਮੇ ਤੇ ਅੱਜ ਲੜ ਆਪਣੇ ਆਪ ਨਾਲ। ਹੁਣ ਜੇ ਸੋਚੀਏ ਤਾਂ ਬੰਦੇ ਦਾ ਕਿਤੇ ਉੱਠਣ ਨੂੰ ਦਿਲ ਥੋੜ੍ਹਾ ਕਰਦਾ। ਕਈ ਵਾਰੀ ਧੱਕੇ ਨਾਲ ਉੱਠਣਾ ਪੈਂਦਾ ਨਾ ਤੁਹਾਨੂੰ। ਤੁਸੀਂ ਆਪਣੇ ਮਨ ਨਾਲ, ਹੁਣ ਤੁਹਾਡੀ ਫਲਾਈਟ ਹੋਵੇ ਸਵੇਰੇ 6 ਵਜੇ, ਤੁਹਾਨੂੰ ਏਅਰਪੋਰਟ 5 4:30 ਵਜੇ ਪਹੁੰਚਣਾ ਪੈ ਜੇ ਮੰਨ ਲਓ, ਤੇ ਬੰਦਾ ਆਪਣੇ ਆਪ ਨਾਲ ਲੜਦਾ ਕਿ ਨਹੀਂ ਲੜਦਾ? ਬੋਲ ਕੇ ਦੱਸਿਓ ਜੀ। ਉੱਥੇ ਕੰਪਰੋਮਾਈਜ਼ ਕਰ ਜਾਂਦਾ ਵੀ ਕੋਈ ਗੱਲ ਨਹੀਂ, ਸੌਂ ਜਾ 10 ਮਿੰਟ ਹੋਰ, ਪਲੇਨ ਵਾਲੇ ਕਿਹੜੇ ਭੱਜੇ ਚੱਲੇ, ਡੀਕ ਕੇ ਜਾਣਗੇ ਤੈਨੂੰ। ਉੱਥੇ ਪਤਾ ਹੈ ਵੀ 7-8 ਹਜ਼ਾਰ ਦਾ ਮੇਰਾ ਨੁਕਸਾਨ ਹੋ ਜਾਣਾ ਹੈ। ਜੇ ਤੂੰ ਇੱਥੇ ਆਪਣੇ ਆਪ ਨਾਲ ਲੜ ਸਕਦਾ ਹੈ, ਤੈਨੂੰ ਪਤਾ ਵੀ ਇੱਥੇ ਆਪਸ਼ਨ ਕੋਈ ਨਹੀਂ ਹੈ, ਤੇ ਜਦੋਂ ਤੈਨੂੰ ਪਤਾ ਵੀ ਸਰ ਜਾਣਾ ਇਹ ਤੋਂ ਬਿਨਾਂ, ਇਹਨੂੰ ਅਸੀਂ ਵਾਧੂ ਵਿਸ਼ਾ ਬਣਾ ਲਿਆ ਆਪਣੀ ਜ਼ਿੰਦਗੀ ਵਿੱਚ। ਗੁਰਬਾਣੀ ਨੂੰ ਅਸੀਂ ਵਾਧੂ। ਇੱਕ ਮੇਰੀ ਬੇਨਤੀ ਹੋਰ ਮੈਂ ਕਰਾਂ, ਤੁਸੀਂ ਬਾਹਰ ਕਿਸੇ ਬੰਦੇ ਨਾਲ ਗੱਲ ਕਰਦੇ ਜ਼ਰੂਰ ਹਿੰਦੀ 'ਚ ਗੱਲ ਕਰੋ, ਪਰ ਇੱਕ ਦਾਇਰਾ ਬਣਾ ਲਓ। ਜਦੋਂ ਆਪਣੇ ਘਰ ਦੀ ਦਹਲੀਜ਼ ਲੰਘ ਆਓ, ਆਪਣੇ ਬੱਚੇ ਪੁੱਤਰ ਧੀਆਂ ਨਾਲ ਪਿਓਰ ਪੰਜਾਬੀ 'ਚ ਗੱਲ ਕਰੋ। ਜੇ ਤੁਸੀਂ ਅੱਜ ਨਹੀਂ ਨਾ ਕਰੋਗੇ, ਆਪਾਂ ਜਾਣਾ ਹੋਰ 10-20-30 ਸਾਲਾਂ ਨੂੰ ਖਤਮ। ਇਹ ਪੀੜ੍ਹੀ ਨੇ ਪੰਜਾਬੀ ਤੋਂ ਕਿੰਨੀ ਕਤਰਾ ਜਾਣੀ ਹੈ। ਅਮਰੀਕਾ ਦੇ ਵਿੱਚ ਇੱਕ ਪਰਿਵਾਰ ਦੇ ਕੋਲ ਮੈਨੂੰ ਜਾਣ ਦਾ ਮੌਕਾ ਮਿਲਿਆ। ਉਹਨਾਂ ਦੇ ਬਜ਼ੁਰਗ ਨੇ ਕੰਧ 'ਤੇ ਲਿਖ ਕੇ ਲਾਇਆ ਉੱਥੇ ਦਾ
ਸਾਡੇ ਘਰ ਪੰਜਾਬੀ ਤੋਂ ਬਿਨਾਂ ਦੂਜੀ ਭਾਸ਼ਾ ਬੋਲਣ ਤੇ ਪਾਬੰਦੀ ਹੈ। ਸਾਰਾ ਪਰਿਵਾਰ ਪਾਣੀ ਵਾਂਗੂ ਇੰਗਲਿਸ਼ ਬੋਲਦਾ ਹੈ, ਪਰ ਉਹਨਾਂ ਦੇ ਦੋਨੋਂ ਪੋਤਰੇ ਐਡੀ ਠੇਠ ਪੰਜਾਬੀ ਬੋਲਦੇ। ਮੈਂ ਪੁੱਛਿਆ ਬਾਪੂ ਜੀ ਕਮਾਲ ਦੀ ਗੱਲ ਹੈ, ਕਿੱਦਾਂ? ਕਹਿੰਦਾ ਜੀ ਜਦੋਂ ਇਹ ਕੋਈ ਇੰਗਲਿਸ਼ ਬੋਲਦੇ ਆ ਤੇ ਮੈਂ ਅੱਗਿਓਂ ਬੋਲਦਾ ਹੀ ਨਹੀਂ, ਉਹਨਾਂ ਨੂੰ ਉਦੋਂ ਤੱਕ ਜਵਾਬ ਨਹੀਂ ਦੇਣਾ ਜਦੋਂ ਤੱਕ ਮੈਨੂੰ ਪੰਜਾਬੀ 'ਚ ਨਹੀਂ ਪੁੱਛਦੇ। ਤੇ ਸਾਡੇ ਮੰਮਾ ਜੀ ਆਪ ਕਹਾਂ ਗਏ ਹੋ, ਡੈਡੀ ਜੀ ਹਮ ਵਹਾਂ ਗਏ ਹੈ। ਗੁੱਸਾ ਨਾ ਮਨਾਇਓ, ਜੇ ਹੁਣ ਤੁਸੀਂ ਬੁਲਾਇਆ ਤੇ ਆਹ ਗੱਲਾਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਸੁਣਨੀਆਂ ਤਾਂ ਬੋਲੋ ਜੀ। ਜਾਣ ਲੱਗਿਆ ਕਮੇਟੀ ਨੂੰ ਜਾਂ ਕਹਿ ਜਿਓ ਵੀ ਇਹ ਬੰਦਾ ਦੁਬਾਰਾ ਬਿਲਾਸਪੁਰ ਨਹੀਂ ਆਉਣਾ ਚਾਹੀਦਾ, ਜਾਂ ਜਾਣ ਲੱਗਿਆ ਕਮੇਟੀ ਨੂੰ ਜ਼ਰੂਰ ਸੁਝਾਅ ਦੇ ਕੇ ਜਾਇਓ ਵੀ ਬਾਕੀ ਰਾਗੀ ਬੁਲਾ ਲਿਓ, ਪ੍ਰਚਾਰਕ ਬੁਲਾ ਲਿਓ, ਪਰ ਇਹ ਬੰਦਾ ਦੁਬਾਰਾ ਨਾ ਆਵੇ। ਜ਼ਰੂਰ ਇਹ ਤਰਸ ਕਰਿਓ ਮੇਰੇ ਤੇ, ਦਇਆ ਕਰ ਜਿਓ ਜਾਣ ਲੱਗਿਆ, ਕਿਉਂਕਿ ਮੇਰੀ ਇੱਕ ਆਦਤ ਹੈ, ਜੇ ਤੁਸੀਂ ਸੁਧਾਰ ਚਾਹੁੰਦੇ ਹੋ, ਆਹ ਲੱਗੀਆਂ ਲੜੀਆਂ, ਆਹ ਲੱਗੀਆਂ ਬਣੇ ਬਣੇ ਸੋਹਣੇ ਗੁਰਦੁਆਰੇ ਜੇ ਚਾਹੁੰਦੇ ਹੋ, ਜਿੱਦਣ ਅਸੀਂ ਮਰੀਏ ਤੇ ਸਾਡੀ ਧੀ ਨੂੰ, ਸਾਡੇ ਪੁੱਤ ਨੂੰ ਪਤਾ ਹੋਵੇ ਕਿ ਸਾਡੇ ਪਾਪਾ ਜੀ ਨੂੰ ਸਾਡੀ ਮਾਂ ਦੀ ਇੱਛਾ ਸੀ ਕਿ ਅਸੀਂ ਘਰ ਦੇ ਦਰਵਾਜ਼ੇ ਦੇ ਅੰਦਰ ਲੰਘਦਿਆਂ ਸਾਰ ਪਿਓਰ ਪੰਜਾਬੀ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨੀ। ਬਾਹਰ ਕਸਟਮਰ ਨਾਲ ਜਿਹੜੀ ਮਰਜ਼ੀ ਗੱਲ ਕਰੋ, ਤੁਹਾਡੇ ਤੇ ਕੋਈ ਪਾਬੰਦੀ ਨਹੀਂ, ਤੁਸੀਂ ਕਰਦੇ ਹੋ, ਬਾਹਰ ਕਰਦੇ, ਸਾਡੇ ਵੀ ਟੈਕਸੀਆਂ ਚਲਾਉਂਦੇ ਨੇ ਉਹ ਜਿਹੜੀ ਪਰ ਸਾਡੇ, ਮੈਂ ਚੀਜ਼ ਵੇਖਿਆ ਸਾਡੇ ਪੰਜਾਬੀ ਨਾਲ ਗੱਲ ਕਰਦੇ ਹਿੰਦੀ ਬੋਲੀ ਜਾਂਦੇ ਆ। ਇਹਦਾ ਅਰਥ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਨਹੀਂ ਪਿਆਰਿਓ, ਆਪਣੀ ਆਦਤ ਬਦਲਣ ਦੀ ਕੋਸ਼ਿਸ਼ ਕਰੀਏ। ਸਾਡਾ ਇੱਥੋਂ ਪੰਜਾਬੀ ਅਮਰੀਕਾ ਜਾਂਦਾ ਹੈ, ਉੱਥੇ ਕੀ ਬੋਲਦਾ ਜਾ ਕੇ ਭਲਾ? ਬੋਲੋ ਸਾਰੇ, ਕਿ ਪੰਜਾਬੀ ਬੋਲਦਾ? ਉਹ ਉੱਥੇ ਗੋਰਿਆਂ ਤੇ ਸਾਡੇ ਨਾਲ, ਤੁਸੀਂ ਗੋਰਿਆਂ ਦੀ ਗੱਲ ਛੱਡੋ, ਤੁਹਾਡੇ 'ਚੋਂ ਕੋਈ ਜਰਮਨ ਗਿਆ ਹੋਵੇ, ਇਟਲੀ ਗਿਆ ਹੋਵੇ, ਉੱਥੇ ਉਹਨਾਂ ਬੰਦਿਆਂ ਨੇ ਜਿਹੜੇ ਸਾਈਨ ਬੋਰਡ ਰੋਡ ਤੇ ਲਾਏ ਨੇ ਆਪਣੀ ਲੈਂਗੁਏਜ ਲਾਏ ਨੇ, ਕਹਿੰਦੇ ਸਾਡੇ ਦੇਸ਼ 'ਚ ਤੁਸੀਂ ਆਏ ਹੋ, ਤੁਹਾਡੇ ਬਦਲੇ ਅਸੀਂ ਆਪਣੀ ਲੈਂਗੁਏਜ ਚੇਂਜ ਨਹੀਂ ਕਰਨੀ। ਜੇ ਤੁਸੀਂ ਸਾਡੇ ਦੇਸ਼ 'ਚ ਰਹਿਣਾ, ਕੋਈ ਪ੍ਰੋਡਕਟ ਖਰੀਦਣਾ ਤੇ ਸਾਡੀ ਇਟਾਲੀਅਨ ਭਾਸ਼ਾ ਤੁਹਾਨੂੰ ਸਿੱਖਣੀ, ਉੱਚੀ ਬੋਲੋ, ਪਵੇਗੀ। ਦਿੱਲੀ ਵਿੱਚ ਇੱਕ ਡਾਕਟਰ ਦੀ ਦੁਕਾਨ ਹੈ, ਉਹ ਬੰਗਾਲ ਦਾ ਹੈ, ਉਹਨੇ ਸਭ ਤੋਂ ਪਹਿਲਾਂ ਉੱਪਰਲੇ ਬੰਨੇ ਬੰਗਾਲ ਦੇ ਵਿੱਚ ਦੁਕਾਨ ਦਾ ਨਾਮ ਲਿਖਿਆ, ਦੂਜੇ ਬੰਨੇ ਇੰਗਲਿਸ਼ 'ਚ ਹੈ, ਤੀਜੇ ਬੰਨੇ ਹਿੰਦੀ 'ਚ ਹੈ। ਉਹਨੇ ਇੱਦਾਂ 3 ਲੈਂਗੁਏਜ ਲਿਖੀ ਹੈ, ਦਿੱਲੀ ਦੀ ਗੱਲ ਹੈ। ਸਭ ਤੋਂ ਉੱਪਰ ਮੋਟੇ ਅੱਖਰਾਂ 'ਚ ਬੰਗਾਲੀ ਲਿਖੀ ਉਹਨੇ। ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਦਿੱਲੀ ਰਹਿਣਾ, ਇੱਥੇ ਤੂੰ ਇੰਗਲਿਸ਼ 'ਚ ਲਿਖ, ਹਿੰਦੀ 'ਚ ਲਿਖ? ਆਂਦਾ ਨਹੀਂ, ਮੈਂ ਦੱਸਣਾ ਚਾਹੁੰਦਾ ਵੀ ਪੜ੍ਹ ਸਾਰੇ ਲੈਣ, ਹਿੰਦੀ ਵਾਲੇ ਵੀ ਪੜ੍ਹ ਲੈਣ, ਇੰਗਲਿਸ਼ ਵਾਲੇ ਵੀ ਪੜ੍ਹ ਲੈਣ, ਪਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਬੰਗਾਲ ਤੋਂ ਆਇਆ, ਮੇਰੀ ਲੈਂਗੁਏਜ ਬੰਗਾਲੀ ਹੈ। ਤੇ ਸਾਡੇ ਕੀ ਕਰਦੇ ਆ? ਸਾਡੇ ਆਪਣੇ ਘਰ ਦਾ ਸਾਈਨ ਬੋਰਡ ਕਾਹ ਚਲਾਉਂਦੇ? ਬੋਲ ਕੇ ਦੱਸਿਓ ਹੁਣ, ਉੱਚੀ ਬੋਲ ਕੇ ਦੱਸਿਓ, ਇੰਗਲਿਸ਼ 'ਚ। ਵਿਆਹ ਸ਼ਾਦੀ, ਇੱਕ ਦਿੱਲੀ ਵਿੱਚ ਜਸਪਾਲ ਸਿੰਘ ਨਾਂ ਦਾ ਵੀਰ ਹੈ, ਉਹਨਾਂ ਨੇ ਆਪਣੇ ਪੁੱਤਰ ਦਾ ਆਨੰਦ ਕਾਰਜ ਕੀਤਾ। ਮੈਂ ਬੰਗਲਾ ਸਾਹਿਬ 2008 ਦੀ ਗੱਲ ਹੈ, ਕਥਾ ਕਰ ਰਿਹਾ ਸੀ। ਕਹਿੰਦਾ ਵੀਰ ਜੀ ਮੈਂ ਆਪਣੇ ਬੇਟੇ ਦਾ ਆਨੰਦ ਕਾਰਜ ਕੀਤਾ ਦਿੱਲੀ 'ਚ। ਕਹਿੰਦਾ ਮੈਂ ਜਿੰਨੇ ਕਾਰਡ ਛਪਾਏ ਵਿਆਹ ਦੇ ਸਾਰੇ ਪੰਜਾਬੀ ਛਪਾਏ। ਕਹਿੰਦਾ ਮੇਰੀ ਵਾਈਫ ਕਹਿੰਦੀ ਤੁਸੀਂ ਪੰਜਾਬੀ 'ਚ ਕਾਰਡ ਛਪਾਏ ਆ, ਪੰਜਾਬੀ ਤਾਂ ਕਈਆਂ ਨੂੰ ਪੜ੍ਹਨੀ ਨਹੀਂ ਆਉਂਦੀ। ਕਹਿੰਦਾ ਮੈਂ ਕਿਹਾ ਜਦੋਂ ਆਪਾਂ ਉਹਨਾਂ ਦੇ ਘਰ ਕਾਰਡ ਦੇ ਕੇ ਆਏ ਆ, ਜੇ ਪੜ੍ਹਨੀ ਨਾ ਆਉਂਦੀ ਹੋਊਗੀ ਗਵਾਂਢੀਆਂ ਕੋਲ ਪੜ੍ਹਾਉਣ ਜਾਣਗੇ, ਸ਼ਰਮ ਤੇ ਆਊ ਵੀ ਅਸੀਂ ਸਰਦਾਰ ਹੋ ਕੇ ਸਾਨੂੰ ਆਪਣੇ ਘਰ ਪੰਜਾਬੀ ਪੜ੍ਹਨੀ। ਬੋਲੋ ਸਾਰੇ ਹੁਣ, ਨਹੀਂ ਆਉਂਦੀ। ਸਾਧ ਸੰਗਤ ਜੀ, ਇਹ ਮਾਂ ਬੋਲੀ ਹੈ ਸਾਡੀ, ਸਾਡੀ ਆਪਣੀ ਘਰ ਦੀ ਭਾਸ਼ਾ। ਆਹ ਤਾਂ ਬਜ਼ੁਰਗਾਂ ਨੇ ਸਾਂਭ ਕੇ ਰੱਖਿਆ ਮਾੜਾ ਮੋਟਾ ਵਿਰਸਾ, ਜਿਹੜੇ ਕੋਈ ਪਾਕਿਸਤਾਨ ਤੋਂ ਆਇਆ, ਕੋਈ ਕਿਤੇ ਆਇਆ, ਇਹ ਤਾਂ ਬਜ਼ੁਰਗਾਂ ਨੇ ਜਿਹੜੀ ਅਗਲੀ ਪੀੜ੍ਹੀ ਹੈ। ਜੇ ਤੁਸੀਂ ਹੁਣ ਇੱਕ ਘਰ 'ਚ ਇੱਕ ਵਾਰੀ ਡਾਈਨਿੰਗ ਟੇਬਲ 'ਤੇ ਬਹਿ ਕੇ ਵਿਚਾਰ ਤੇ ਕਰ ਲਓ, ਇੱਦਾਂ ਕਹੋ ਵੀ ਪੁੱਤਰ ਮੇਰੇ ਮਨ ਦੀ ਤਮੰਨਾ ਹੈ ਵੀ ਆਪਾਂ ਘਰ ਤੋਂ ਅੱਜ ਰੂਲ ਨਿਯਮ ਲਾਗੂ ਕਰ ਦਈਏ ਵੀ ਆਪਾਂ ਆਪਣੇ ਘਰ ਵਿੱਚ, ਘਰ ਦੇ ਦਰਵਾਜ਼ੇ ਦੇ ਅੰਦਰ ਜਿਹੜੀ ਵੀ ਚੀਜ਼ ਖਾਣ ਲਈ ਮੰਗਣੀ ਹੈ, ਪੀਣ ਲਈ ਮੰਗਣੀ ਹੈ, ਬਾਜ਼ਾਰ ਜਾਣਾ, ਆਪਾਂ ਪਿਓਰ ਪੰਜਾਬੀ 'ਚ ਗੱਲ ਕਰੀਏ। ਜਦੋਂ ਤੁਸੀਂ ਘਰ ਦੇ ਦਰਵਾਜ਼ੇ ਤੋਂ ਬਾਹਰ ਜਾਓ, ਜਿਹੜੀ ਮਰਜ਼ੀ ਭਾਸ਼ਾ ਬੋਲੋ, ਤੁਸੀਂ ਆਜ਼ਾਦ ਹੋ। ਪਰ ਸਾਡੇ ਤੇ ਘਰ ਵੀ ਉੱਦਾਂ ਚੱਲੀ ਜਾਂਦਾ, ਨਹੀਂ ਚੱਲਦਾ ਤਾਂ ਦੱਸ ਦਿਓ। ਚੱਲਦਾ? ਬੋਲੋ ਭਾਈ, ਚੱਲਦਾ ਹੈ ਨਾ। ਇੱਕ ਪ੍ਰਣ ਵੀ ਕਰ ਲਈਏ, ਸਾਡੇ ਮਨਾਏ ਹੋਏ ਆਹ ਦਿਨ ਸਫਲ ਹੋ ਜਾਣਗੇ। ਜੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤੁਸੀਂ, ਤੇ ਤਾਂ ਹੀ ਮਨਾਏ ਸਫਲ ਨੇ। ਜੇ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਾਂਗੇ ਤਾਂ ਕੀ ਫਾਇਦਾ ਹੋਏਗਾ? ਆਪਣੇ ਆਪ ਨਾਲ ਲੜੋ ਕਰੋ। ਜੇ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਸਾਡੇ ਵੀਰ ਇਹ ਚੀਜ਼ ਨੂੰ, ਉਹ ਸਾਨੂੰ ਜਦੋਂ ਅਸੀਂ ਬਾਹਰ ਜਾਂਦੇ ਸਾਨੂੰ ਕਹਿੰਦੇ ਆ, ਕਹਿੰਦੇ ਕੀ ਹੋ ਗਿਆ ਜੀ, ਸਾਡੇ ਤੋਂ ਉੱਥੇ ਬੋਲਦੇ ਹੀ ਨਹੀਂ।
ਅਸੀਂ ਜੇ ਆਪਣੇ ਚੀਜ਼ਾਂ ਵਿੱਚੋਂ ਮਨਫੀ ਕਰਕੇ ਬਹਿ ਗਏ ਹਾਂ। ਸਾਂਭੋ ਆਪਣੇ ਇਸ ਵਿਰਸੇ ਨੂੰ, ਆਪਣੇ ਪਰਿਵਾਰਾਂ 'ਚ ਬੈਠ ਕੇ ਗੱਲਾਂ ਕਰਨੀਆਂ ਜ਼ਰੂਰੀ ਸਮਝੋ। ਸਾਡੀਆਂ ਹੀ ਧੀਆਂ ਜਾ ਕੇ ਦੱਸਣਗੀਆਂ ਨਾ, ਸਾਡੇ ਪੁੱਤਰ ਜਾ ਕੇ ਦੱਸਣਗੇ ਨਾ। ਇਹ ਪਿਓਰ ਬਾਹਰ ਤੁਸੀਂ ਆਪਣੀ ਸ਼ੌਪ 'ਤੇ, ਆਪਣੇ ਕਾਰੋਬਾਰ 'ਤੇ ਜਿਹੜੀ ਮਰਜ਼ੀ ਲੈਂਗੁਏਜ ਬੋਲੋ, ਤੁਹਾਨੂੰ ਕੋਈ ਪਾਬੰਦੀ ਨਹੀਂ ਹੈ, ਪਰ ਕਮ ਸੇ ਕਮ ਆਪਣੇ ਪਰਿਵਾਰ ਵਿੱਚ ਤਾਂ ਤੁਸੀਂ ਆਪਣੀ ਮਾਂ ਬੋਲੀ ਦੀ ਗੱਲ ਕਰੋ, ਤੁਹਾਨੂੰ ਬਣਦੀ ਸਮਝ ਵੀ ਤਾਂ ਆਏਗੀ। ਠੀਕ ਹੈ, ਜਿੰਨੇ ਮਰਜ਼ੀ ਟੀਕੇ ਦੂਜੀਆਂ ਭਾਸ਼ਾਵਾਂ ਵਿੱਚ ਹੋਣ, ਪਰ ਜੋ ਵਿਆਕਰਨ ਨੁਕਤੇ ਤੁਹਾਨੂੰ ਗੁਰਮੁਖੀ ਭਾਸ਼ਾ ਸਮਝ ਆਉਣੇ ਨੇ, ਦੂਜੀਆਂ ਭਾਸ਼ਾਵਾਂ ਵਿੱਚ ਸਮਝ ਨਹੀਂ ਆਉਣੇ। ਕੋਸ਼ਿਸ਼ ਕਰੋ, ਹੰਬੜਾ ਮਾਰੋ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀ ਗੁਰਿਆਈ ਦੀ ਜ਼ਿੰਮੇਵਾਰੀ ਦੇ ਕੇ ਸਾਨੂੰ ਐਡਾ ਵੱਡਾ ਮਹਾਨ ਖਜ਼ਾਨਾ ਬਖਸ਼ਿਸ਼ ਕੀਤਾ। ਆਪਾਂ ਗੁਰੂ ਅਮਰਦਾਸ ਜੀ ਦਾ ਸ਼ਲੋਕ ਪੜ੍ਹਿਆ ਸੀ, ਸਾਹਿਬ ਮੇਰਾ ਸਦਾ ਹੈ। ਸਾਹਿਬ ਸਦਾ ਹੀ ਹੈ, ਦਿਸੈ ਸ਼ਬਦ ਕਮਾਏ। ਸ਼ਬਦ ਦਾ ਕਮਾਉਣ ਦਾ ਮੀਨਿੰਗ ਕੀ ਹੈ? ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ, ਬਿਮਾਰ ਹੋ, ਨੁਕਸ ਪੈ ਗਿਆ ਕੋਈ, ਡਾਕਟਰ ਕਹਿੰਦਾ ਹੈ ਕਿੰਨੇ ਦਿਨ ਤੋਂ ਬਿਮਾਰ ਹੈ ਭਾਈ ਤੁਹਾਡਾ ਬੰਦਾ? ਆਪਾਂ ਦੱਸਦੇ ਹਾਂ ਜੀ 15 ਦਿਨ ਹੋ ਗਏ, ਮਹੀਨਾ ਹੋ ਗਿਆ, 6 ਮਹੀਨੇ ਹੋ ਗਏ, ਬੜੇ ਇਲਾਜ ਕਰਾਏ, ਗੱਲ ਨਹੀਂ ਬਣੀ। ਉਹ ਕਹਿੰਦਾ ਫਿਰ ਐਂ ਕਰੋ, ਜਾਂ ਤਾਂ ਪੁਰਾਣੀਆਂ ਰਿਪੋਰਟਾਂ ਲੈ ਆਓ, ਜੇ ਨਹੀਂ ਹੈਗੀਆਂ ਤਾਂ ਆਪਾਂ ਨਵੇਂ ਸਿਰੋਂ ਸਾਰੀਆਂ ਰਿਪੋਰਟਾਂ ਦੁਬਾਰਾ ਕਰਾਵਾਂਗੇ, ਕਿਉਂਕਿ ਮੈਨੂੰ ਪਤਾ ਤਾਂ ਲੱਗ ਜਾਏ ਨਾ ਨੁਕਸ ਹੈ ਕਿੱਥੇ ਆ। ਇਹ ਨਾ ਹੋਵੇ ਨੁਕਸ ਕੋਈ ਹੋਰ ਹੋਵੇ, ਇਲਾਜ ਮੈਂ ਹੋਰ ਕਰੀ ਜਾਵਾਂ। ਹੁਣ ਉਹਨੇ ਸਾਰੀਆਂ ਰਿਪੋਰਟਾਂ ਕਰਾਉਣ ਤੋਂ ਬਾਅਦ ਇਲਾਜ ਸ਼ੁਰੂ ਕਰਤਾ। ਧਿਆਨ ਨਾਲ ਸੁਣਿਓ, ਮੈਂ ਸ਼ਬਦ ਕਮਾਉਣ ਦੇ ਮੀਨਿੰਗ ਦੱਸ ਰਿਹਾ। ਜਦੋਂ ਉਹਨੇ ਸਾਰੀਆਂ ਰਿਪੋਰਟਾਂ ਕਰਾਉਣ ਤੋਂ ਬਾਅਦ ਉਹਨੇ ਫਿਰ ਕੁਝ ਮੈਡੀਸਨ ਲਿਖ ਕੇ ਦੇਤੀ। ਮੈਡੀਸਨ ਲਿਖ ਕੇ ਤੇ ਵੀ ਫਲਾਣੇ ਥਾਂ ਤੋਂ ਤੁਸੀਂ ਲੈ ਲਓ, ਇੰਨੇ ਟਾਈਮ ਇਹ ਡੋਜ਼ ਤੁਸੀਂ ਲੈਣੀ ਹੈ। ਫਿਰ ਆਪਾਂ 15 ਦਿਨ ਮਹੀਨੇ ਬਾਅਦ ਫਿਰ ਦੁਬਾਰਾ ਰਿਪੋਰਟਾਂ ਕਰਾਵਾਂਗੇ, ਵੇਖਾਂਗੇ ਬਿਮਾਰੀ ਕਿੰਨੀ ਕੰਟਰੋਲ ਹੋਈ ਹੈ, ਜਾਂ ਉੱਥੇ ਖਲੋਤੀ ਹੈ ਜਾਂ ਵਧੀ ਹੈ। ਹੁਣ ਉਹ ਜਿਹੜਾ ਲਿਖਿਆ ਸੀ, ਉਹਨੇ ਜਿਹੜੀ ਮੈਡੀਸਨ ਦਾ ਨਾਮ ਲਿਖਿਆ ਸੀ, ਕੀ ਉਹ ਮੈਡੀਸਨ ਦਾ ਨਾਮ ਲੈਣ ਦੇ ਨਾਲ ਮਰੀਜ਼ ਠੀਕ ਹੋ ਜਾਏਗਾ? ਬੋਲੋ ਜੀ, ਕੀ ਕਰਨਾ ਪਿਆ ਉਹਨੂੰ? ਉਹਨੂੰ ਜਾ ਕੇ ਉਹ ਮੈਡੀਸਨ ਦਾ ਜਿਹੜਾ ਨਾਮ ਲਿਖਿਆ ਸੀ, ਕਿਸੇ ਮੈਡੀਕਲ ਸਟੋਰ ਤੋਂ ਜਾ ਕੇ, ਦਵਾਈਆਂ ਵਾਲੀ ਦੁਕਾਨ ਤੋਂ ਉਹ ਜਾ ਕੇ ਮੈਡੀਸਨ ਲਈ, ਘਰ ਆਣ ਕੇ ਕਿਹੜੇ ਟਾਈਮ ਕਿਹੜੀ ਮੈਡੀਸਨ ਖਾਣੀ ਹੈ ਉਹ ਖਾਣੀ ਪਈ। ਕੀ ਖਾਣਾ ਹੈ ਕੀ ਨਹੀਂ ਖਾਣਾ ਉਹ ਪੂਰਾ ਧਿਆਨ ਰੱਖਿਆ ਗਿਆ। ਲਗਾਤਾਰ ਉਹ 15 ਦਿਨ, ਮਹੀਨਾ, 2 ਮਹੀਨੇ, ਸਾਲ ਖਾਧੀ। ਡਾਕਟਰ ਨੇ ਜੋ ਸ਼ਬਦ ਲਿਖ ਕੇ ਦਿੱਤੇ ਸੀ, ਮਰੀਜ਼ ਨੇ ਉਹ ਸ਼ਬਦ ਨੂੰ ਕਮਾਇਆ ਹੈ। ਲਗਾਤਾਰ 2 ਮਹੀਨੇ ਉਹ ਸ਼ਬਦ ਨੂੰ ਕਮਾਇਆ। ਕਿੱਦਾਂ ਕਮਾਇਆ? ਲਿਖੇ ਤੇ ਪੇਪਰ ਦੀ ਹਿੱਕ ਤੇ ਦਵਾਈ ਲਿਖੀ ਸੀ, ਪਰ ਪੇਪਰ ਦੀ ਹਿੱਕ ਤੇ ਲਿਖੀ ਹੋਈ ਦਵਾਈ ਨੇ ਠੀਕ ਥੋੜ੍ਹਾ ਕੀਤਾ ਹੈ। ਦਵਾਈ ਤਾਂ ਸਾਹਮਣੇ ਹੈ। ਜਿਹੜੀ ਮੈਡੀਕਲ ਸਟੋਰ 'ਚੋਂ ਦਵਾਈ ਲੈ ਆਂਦੀ, ਕਿੰਨੇ ਟਾਈਮ ਖਾਣੀ ਹੈ, ਆਹ ਬ੍ਰੇਕਫਾਸਟ ਤੋਂ ਪਹਿਲਾਂ ਖਾਣੀ ਹੈ, ਆਹ ਬਾਅਦ 'ਚ ਖਾਣੀ ਹੈ, ਆਹ ਰਾਤ ਨੂੰ ਸੌਣ ਤੋਂ ਪਹਿਲਾਂ ਖਾਣੀ ਹੈ, ਸੌਣ ਤੋਂ ਬਾਅਦ, ਜੋ ਵੀ ਆ ਪੂਰਾ ਲਿਖ ਕੇ ਦੇਤਾ ਉਹਨੇ, ਖਾਣੀ ਸ਼ੁਰੂ ਕਰਤੀ। ਜਾਨੀ ਕਿ ਮਹੀਨਾ 2 ਮਹੀਨੇ ਡਾਕਟਰ ਵੱਲੋਂ ਲਿਖੀ ਹੋਈ ਮੈਡੀਸਨ ਜਿਹੜੀ ਸੀ ਉਹਨੂੰ ਮਰੀਜ਼ ਨੇ ਕਮਾਇਆ। ਕਿੱਦਾਂ ਕਮਾਇਆ? ਖਾਧਾ, ਪਰਹੇਜ਼ ਕੀਤਾ, ਜੋ ਜੋ ਦਿਲ ਕਰਦਾ ਸੀ ਖਾਣ ਨੂੰ ਘਰ ਦੇ ਅੱਗੇ ਰੱਖਦੇ ਸੀ, ਪਰ ਨਾਲ ਡਾਕਟਰ ਦੀ ਗੱਲ ਚੇਤੇ ਆ ਜਾਂਦੀ ਸੀ ਵੀ ਨਹੀਂ ਮਨਾ, ਜੇ ਇੱਥੋਂ ਇੱਥੇ ਪਹੁੰਚਿਆ, ਹੁਣ ਥੋੜ੍ਹਾ ਜਿਹਾ ਲੜ ਲਾ ਆਪਣੇ ਆਪ ਨਾਲ ਹੋਰ, ਬਸ ਹੁਣ ਬਹੁਤ ਕੁਝ ਖਾ ਲਿਆ, ਜੇ 4 ਸਾਲ ਹੋਰ ਜਿਉਣਾ ਚਾਹੁੰਦਾ ਤੇ ਪਰਹੇਜ਼ ਕਰਨਾ ਸ਼ੁਰੂ ਕਰ। ਕਮਾਇਆ ਨਾ। ਹੁਣ ਇਹ ਸ਼ਬਦ ਕਮਾਉਣ ਦਾ ਕੀ ਅਰਥ ਹੈ? ਸ਼ਬਦ ਕਮਾਉਣ ਦਾ ਅਰਥ ਹੈ ਤੇਰੀਆਂ ਅੱਖਾਂ ਗਲਤ ਨਾ ਵੇਖਣ, ਤੇਰੇ ਕੰਨ ਗਲਤ, ਬੋਲੋ ਸਾਰੇ ਹੁਣ, ਜ਼ੁਬਾਨ ਤੇਰੀ ਗਲਤ, ਤੂੰ ਠੱਗੀ ਕਿਸੇ ਨਾਲ, ਬੇਈਮਾਨੀ, ਤੇਰੀ ਦੁਕਾਨ ਤੇ ਕੋਈ ਬੰਦਾ ਆਪਣਾ ਮੋਬਾਈਲ ਭੁੱਲ ਗਿਆ, ਤੇਰੀ ਦੁਕਾਨ ਤੇ ਕੋਈ ਬੰਦਾ ਆਪਣਾ ਮੋਬਾਈਲ ਭੁੱਲ ਗਿਆ, ਜਾਂ ਤੂੰ ਕਿਸੇ ਦੁਕਾਨ ਤੋਂ ਸਮਾਨ ਲੈਣ ਗਿਆ, ਤੂੰ 20 ਆਈਟਮਾਂ ਲਿਆਂਦੀਆਂ ਨੇ, ਉਹਦੇ ਵਿੱਚੋਂ 18 ਆਈਟਮਾਂ ਦਾ ਉਹਨੇ ਰੇਟ ਲਾਤਾ, 2 ਰਹਿ ਗਈਆਂ ਵਿੱਚੋਂ, ਹੈਗੀਆਂ 2 ਮਹਿੰਗੀਆਂ ਸੀ, 5-7 ਹਜ਼ਾਰ ਦਾ ਉਹ ਸਮਾਨ ਸੀ। ਤੂੰ ਘਰ ਆਇਆ, ਰੇਟ ਲਿਸਟ ਇੱਦਾਂ ਪੂਰੀ ਮਲਾਈ, ਸਾਰਾ ਕੁਝ ਵੇਖ ਕੇ ਇੱਕ ਪੱਖੋਂ ਤੇ ਖੁਸ਼ੀ ਹੋਈ ਤੈਨੂੰ ਵੀ ਇੰਨਾ ਫਾਇਦਾ ਹੋ ਗਿਆ, ਪਰ ਤੂੰ ਨਾਲ ਹੀ ਮਨ 'ਚ ਜੇ ਇਹ ਸੋਚੇ ਵੀ ਨਹੀਂ ਮਨਾ, ਉਹ ਵੀ ਦੁਕਾਨ ਪਾ ਕੇ ਬੈਠੇ, ਜੇ ਹਰ ਕਸਟਮਰ ਉਹਦੇ ਨਾਲ ਇੰਨੀ ਠੱਗੀ ਮਾਰ ਲਾ ਪਏ, ਉਹ ਸ਼ਾਮਾਂ ਨੂੰ ਘਰ ਲੈ ਕੇ ਕੀ ਜਾਊ, ਉਹਦੇ ਬੱਚੇ ਖਾਣਗੇ ਕੀ? ਜੇ ਕੱਲ੍ਹ ਨੂੰ ਉਹ ਬੰਦਾ ਸੁਸਾਈਡ ਕਰ ਗਿਆ ਤੇ ਉਹਦੇ ਇਸ ਆਤਮ ਹੱਤਿਆ ਦੇ ਵਿੱਚ ਮੇਰਾ ਵੀ ਕਿਤੇ ਨਾ ਕਿਤੇ ਹੱਥ ਹੋਏਗਾ, ਕਿਉਂਕਿ ਮੇਰੇ ਵਰਗੇ ਕਈ ਬੰਦਿਆਂ ਨਾਲ ਹੋਰ ਐਸਾ ਹੋ ਸਕਦਾ। ਉਹ ਗਿਆ ਦਾ ਨਹੀਂ, ਲਿਆਓ ਲਿਸਟ ਵਾਪਸ ਲੈ ਕੇ ਗਿਆ, ਕਹਿੰਦਾ ਜੀ ਭਾਈ ਸਾਹਿਬ ਜੀ ਤੁਸੀਂ ਸਮਾਨ ਦਾ ਆਹ ਰੇਟ ਸਹੀ ਨਹੀਂ ਸੀ ਲਾਇਆ, ਜਾਂ ਆਹ 2 ਆਈਟਮਾਂ ਦਾ ਤੁਸੀਂ ਵਿੱਚ ਰੇਟ ਲਾਇਆ ਨਹੀਂ, ਆਹ ਕਰੋ। ਇੱਕ ਤਾਂ ਦੁਕਾਨਦਾਰ ਪ੍ਰਭਾਵਿਤ ਹੋਇਆ ਵੀ ਇਮਾਨਦਾਰੀ ਜਿੰਦਾਬਾਦ, ਵੀ ਕਿੰਨਾ ਇਮਾਨਦਾਰ ਬੰਦਾ ਹੈ ਬਈ, ਪਹਿਲੀ ਵਾਰ ਦੁਕਾਨ 'ਤੇ ਗਿਆ ਸੀ, ਤੁਹਾਡਾ ਵਿਹਾਰ ਬਣ ਗਿਆ, ਕੱਲ੍ਹ ਨੂੰ ਤੁਸੀਂ 50,000 ਦਾ, ਲੱਖ ਦਾ ਵੀ ਸਮਾਨ ਚੱਕੋਗੇ, ਉਹ ਤੁਹਾਡੇ 'ਤੇ ਬਲੀਵ ਕਰੇਗਾ, ਯਕੀਨ ਕਰੇਗਾ, ਵਿਸ਼ਵਾਸ ਕਰੇਗਾ, ਭਰੋਸਾ ਕਰੇਗਾ ਵੀ ਯਾਰ
ਕਿੱਡਾ ਇਮਾਨਦਾਰ ਬੰਦਾ ਹੈ। ਮੈਨੂੰ ਕਿਹੜਾ ਪਤਾ ਲੱਗਾ ਸੀ 5-7 ਹਜ਼ਾਰ ਦੁਬਾਰਾ ਫਿਰ ਦੇਣ ਆਇਆ। ਤੁਸੀਂ ਆਪਣੇ ਗੁਰੂ ਦੀ ਕਹੀ ਹੋਈ ਗੱਲ ਨੂੰ ਜ਼ਿੰਦਗੀ 'ਚ ਕਮਾਇਆ ਹੈ। ਇੱਦਾਂ ਹੀ ਦੁਕਾਨਦਾਰ ਕਰੇ, ਇੱਦਾਂ ਹੀ ਕਸਟਮਰ ਕਰੇ। ਇਮਾਨਦਾਰੀ ਨਾਲ ਸੋਚੋ, ਸਮਾਜ ਵਧੀਆ ਬਣੇਗਾ ਕਿ ਮਾੜਾ ਬਣੇਗਾ? ਬੋਲ ਕੇ ਦੱਸੋ ਜੀ, ਬੋਲੋ ਜੀ। ਵਧੀਆ ਬਣੇਗਾ ਨਾ। ਤੁਸੀਂ ਇੱਥੋਂ ਗੁਰਦੁਆਰਿਓਂ ਨਿਕਲੇ ਹੋ, ਤੁਹਾਨੂੰ ਉੱਥੇ ਪਰਸ ਪੈਸਿਆਂ ਦਾ ਭਰਿਆ ਲੱਭ ਗਿਆ, ਵਿੱਚ ਕੋਈ ਕੀਮਤੀ ਸਮਾਨ ਲੱਭਾ। ਅਤੇ ਅੱਜ ਕੱਲ੍ਹ ਪਰਸ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਜਿੱਥੇ ਵੀ ਡਿੱਗੇ ਆਪਾਂ ਨੂੰ ਪਤਾ ਹੁੰਦਾ, ਕਿਉਂਕਿ ਉਹ 'ਚ ਕੋਈ ਨਾ ਕੋਈ ਤਾਂ ਉਹਦੇ ਪ੍ਰੂਫ ਹੁੰਦਾ ਨਾ, ਘਰ ਦਾ ਕੋਈ ਨਾ ਕੋਈ ਆਧਾਰ ਕਾਰਡ ਹੋਏਗਾ, ਕੋਈ ਪੈਨ ਕਾਰਡ ਹੋਏਗਾ, ਕੋਈ ਨਾ ਕੋਈ ਉਹਦੇ ਵਿੱਚ ਲਾਇਸੈਂਸ ਹੋਏਗਾ। ਹੁਣ ਜੇ ਤੂੰ ਲੱਭ ਕੇ, ਬੜੇ ਸਾਡੇ ਕਈ ਵੀਰ ਐਸੇ ਨੇ ਬਾਹਰਲੀਆਂ ਕੰਟਰੀਆਂ 'ਚ ਗੋਰਿਆਂ ਦੇ 10-10 ਹਜ਼ਾਰ ਡਾਲਰ ਗੱਡੀਆਂ 'ਚ ਰਹਿ ਕੇ ਦੇਣ ਗਏ, ਅਗਲਿਆਂ ਸਲੂਟ ਮਾਰਿਆ, ਨਾਲ ਇਨਾਮ ਦਿੱਤਾ। ਪੰਜਾਬੀ ਟੈਕਸੀ ਡਰਾਈਵਰ ਕਹਿੰਦਾ ਨਾ ਜੀ ਨਾ, ਇਨਾਮ ਕਾਹਦਾ? ਇਨਾਮ ਤਾਂ ਉਹਦਾ ਹੁੰਦਾ ਜੇ ਕੋਈ ਬੰਦੇ ਨੇ ਕੋਈ ਵੱਖਰਾ ਕੰਮ ਕੀਤਾ। ਇਹ ਤਾਂ ਇਨਸਾਨ ਦੀ ਮੁੱਢਲੀ ਜ਼ਿੰਮੇਵਾਰੀ ਹੈ। ਮੈਂ ਕਹਿੰਦਾ ਹੁਣ ਇੱਕ ਬੰਦੇ ਉਹ ਬੰਦਾ ਜੇ 1 ਮਹੀਨਾ ਗੁਰਦੁਆਰੇ ਵੀ ਨਾ ਜਾਵੇ, ਉਹਨੇ ਉਹ ਕੰਮ ਕਰ ਲਿਆ। ਇੱਕ ਬੰਦਾ ਰੋਜ਼ ਗੁਰਦੁਆਰੇ ਜਾ ਕੇ ਵੀ ਠੱਗੀਆਂ ਮਾਰੀ ਜਾਂਦਾ, ਤਾਂ ਕੀ ਫਾਇਦਾ ਤੇਰਾ ਭਾਈ? ਸ਼ਬਦ ਨੂੰ ਕਮਾਉਣ ਦੇ ਅਰਥ ਸਮਝੋ। ਸ਼ਬਦ ਕਮਾਉਣ ਦਾ ਅਰਥ ਹੈ ਤੁਹਾਡੇ ਜੀਵਨ ਦੇ ਵਿੱਚੋਂ ਉਹ ਗੱਲਾਂ ਦਿਸ ਪੈਣ। ਸਾਹਿਬ ਮੇਰਾ ਸਦਾ ਹੈ। ਸਾਹਿਬ ਤੇ ਸਦਾ ਹੀ ਆ, ਪਰ ਮਾਂ 'ਚ ਕਿਉਂ ਨਹੀਂ ਦਿਸਦਾ? ਕਿਉਂਕਿ ਮੈਂ ਸ਼ਬਦ ਨਹੀਂ ਕਮਾਇਆ। ਮੈਨੂੰ ਮਾਂ 'ਚ ਰੱਬ ਦਿਸਦਾ ਹੀ ਨਹੀਂ, ਭੈਣ 'ਚ ਰੱਬ ਦਿਸਦਾ ਹੀ ਨਹੀਂ, ਪਤਨੀ 'ਚ, ਪਤੀ 'ਚ, ਦੋਸਤਾਂ ਮਿੱਤਰਾਂ 'ਚ ਰੱਬ ਦਿਸਦਾ ਹੀ ਨਹੀਂ। ਮੈਂ ਤਾਂ ਪੱਥਰਾਂ 'ਚੋਂ ਰੱਬ ਲੱਭਦਾ ਫਿਰਦਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਉਹ ਔਹਾਣੀ, ਔਹਾਣੀ ਕਹਿੰਦੇ ਨਾਸ਼ਵੰਤ, ਉਹ ਔਹਾਣੀ ਕਦੇ ਨਾਹੇ। ਉਹ ਨਾਸ਼ਵੰਤ ਨਹੀਂ ਹੈਗਾ। ਨਾ ਆਵੇ ਨਾ ਜਾਏ। ਅੱਛਾ, ਜਿਹੜਾ ਆਇਆ ਹੀ ਨਹੀਂ ਉਹਨੇ ਜਾਣਾ ਕਿੱਥੋਂ? ਜਿਹੜਾ ਆਉਂਦਾ ਉਹ ਜਾਂਦਾ ਵੀ ਆ। ਜਿਸ ਘਰ ਜਨਮ ਉਸ ਘਰ ਮੌਤ ਵੀ ਆ। ਪਰਮੇਸ਼ਰ ਦੇ ਘਰ ਤੇ ਜਨਮ ਹੀ ਹੈ ਨਹੀਂ। ਉਹ ਤੇ ਬਾਣੀ 'ਚ ਲਿਖਿਆ ਹੈ ਭੀ ਹੋਸੀ ਜਾਏ ਨਾ ਜਾਸੀ। ਜਾਏ ਦਾ ਅਰਥ ਹੈ ਜੰਮਣਾ। ਜਿਹਦਾ ਜਨਮ ਹੀ ਨਹੀਂ ਹੋਇਆ ਉਹ ਜਾਏਗਾ ਕਿੱਥੋਂ? ਪਰਮਾਤਮਾ ਦਾ ਜਨਮ ਹੀ ਨਹੀਂ ਹੋਇਆ, ਉਹ ਤੇ ਅਜੂਨੀ ਹੈ, ਸਹਿਬੰਗ ਹੈ। ਇਸ ਕਰਕੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਉਹ ਔਹਾਣੀ ਕਦੇ ਨਾਹੇ, ਨਾ ਆਵੇ ਨਾ ਜਾਏ। ਉਹ ਔਹਾਣੀ ਕਦੇ ਨਾਹੀ, ਨਾ ਆਵੇ ਨਾ ਜਾਏ। ਉਹ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ। ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਿ ਸਮਾਏ। ਸਦਾ ਸਦਾ ਹੀ ਉਹਨੂੰ ਸੇਵੀਏ, ਸਦਾ ਹੀ ਉਹਦੀ ਸਿੱਖਿਆ ਉੱਤੇ ਤੁਰੀਏ। ਜੋ ਸਭ ਮੈਂ ਰਹਿ ਸਮਾਏ, ਜਿਹੜਾ ਸਾਰਿਆਂ 'ਚ ਸਮਾਇਆ ਹੋਇਆ ਹੈ। ਜਿਵੇਂ ਦੁੱਧ ਵਿੱਚ ਘਿਓ, ਲੱਕੜ ਵਿੱਚ ਅੱਗ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆਂ। ਲੱਕੜ 'ਚ ਅੱਗ ਹੈ, ਦੁੱਧ 'ਚ ਘਿਓ ਹੈ, ਇਹਦੇ ਮਾਲਕ ਤੇਰੇ ਵਿੱਚ ਸਮਾਇਆ ਹੋਇਆ ਹੈ। ਜਦੋਂ ਤੂੰ ਕਿਸੇ ਬੰਦੇ ਨਾਲ ਠੱਗੀ ਮਾਰਦਾ, ਤੂੰ ਰੱਬ ਨਾਲ ਠੱਗੀ ਮਾਰ ਰਿਹਾ। ਬਸ ਇਹ ਤਾਂ ਚੇਤਾ ਰੱਖੀ। ਅਤੇ ਉਹਦੇ ਨਾਲ ਠੱਗੀ ਮਾਰ ਕੇ ਫਿਰ ਕਿੱਥੇ ਕਹਿਣਾ ਵੀ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਪਤਾ ਨਹੀਂ ਤੂੰ ਕਿਹਨੂੰ ਕਹੀ ਜਾਣਾ, ਪਤਾ ਨਹੀਂ ਕਹੀ ਜਾਣਾ ਤੂੰ ਵੀ ਮੈਂ ਸਾਰਿਆਂ ਦਾ ਭਲਾ ਮੰਗਦਾ। ਤੂੰ ਤਾਂ ਠੱਗੀ ਬੰਦੇ ਨਾਲ ਮਾਰ ਲਈ, ਉਹਦੇ ਵਿੱਚ ਉਹ ਵੱਸਦਾ ਸੀ। ਸਹੀ ਕਿਰਤ ਕਰ, ਕਿਰਤ ਸਾਫ਼ ਹੋ ਗਈ, ਜੀਵਨ ਖੂਬਸੂਰਤ ਤੇਰਾ ਬਣ ਜਾਏਗਾ। ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਿ ਸਮਾਏ। ਅਵਰ ਦੂਜਾ ਕੋ ਸੇਵੀਐ। ਮਹਾਰਾਜ ਕਿਸੇ ਹੋਰ ਨੂੰ ਵੀ ਅਸੀਂ ਆਪਣੀ ਜ਼ਿੰਦਗੀ 'ਚ ਧਾਰਨ ਕਰ ਸਕਦੇ ਹਾਂ? ਕਹਿੰਦੇ ਨਾ। ਮਹਾਰਾਜ ਕਹਿੰਦੇ ਕਿਉਂ? ਅਵਰ ਦੂਜਾ ਕਿਉਂ ਸੇਵੀਐ, ਜੰਮੈ ਤੈ ਮਰ ਜਾਏ। ਜਿਹੜਾ ਜੰਮਿਆ ਤੇ ਜਿਹਨੇ ਮਰ ਜਾਣਾ, ਉਹਦੀ ਸ਼ਰਨ ਲੈਣ ਦਾ ਕੀ ਫਾਇਦਾ? ਅਤੇ ਇੱਥੇ ਉਹ ਲੋਕ ਉਹਨਾਂ ਬਾਬਿਆਂ ਦੀਆਂ ਫੋਟੋਆਂ ਘਰਾਂ 'ਚ ਲਾਈ ਫਿਰਦੇ ਜਿਹੜੇ ਕਦੀ ਜੰਮੇ ਵੀ ਆ ਅਤੇ ਮਰ ਵੀ ਗਏ ਆ। ਉਹਨਾਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਲਾ ਕੇ ਬੈਠੇ ਆ, ਫੋਟੋਆਂ ਮੱਥੇ ਟੇਕੀ ਜਾਂਦੇ ਆ। ਪੂਰੇ ਜੀਵਨ ਕਾਲ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਤਸਵੀਰ ਨਹੀਂ ਬਣਾਉਣ ਦਿੱਤੀ ਕਿਸੇ ਨੂੰ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਪਾਤਸ਼ਾਹੀਆਂ ਦੀ ਕਿਸੇ ਨੇ ਤਸਵੀਰ ਨਹੀਂ ਬਣਾਈ, ਨਾ ਬਣਾਉਣ ਦੀ ਕਿਸੇ ਨੂੰ ਆਗਿਆ ਦਿੱਤੀ। ਆ ਜਿਹੜੀਆਂ ਆਪਣੇ ਘਰਾਂ 'ਚ ਅੱਜ ਤਸਵੀਰਾਂ ਦਿਸਦੀਆਂ ਨੇ ਨਾ, ਇਹ ਚਿੱਤਰਕਾਰ ਸੋਭਾ ਸਿੰਘ ਦੀ ਦੇਣ ਹੈ। ਉਸ ਤੋਂ ਪਹਿਲਾਂ
ਕਿਸੇ ਦੇ ਕੋਲ ਗੁਰੂ ਦੀ ਅਸਲੀ ਗੁਰੂ ਦੀ ਅਸਲੀ ਤਸਵੀਰ ਤੇ ਕੋਈ ਬਣਾ ਹੀ ਨਹੀਂ ਸਕਦਾ। ਨਾਲੇ ਮਹਾਰਾਜ ਸਾਨੂੰ ਤਸਵੀਰਾਂ ਨਾਲ ਜੋੜ ਕੇ ਗਏ ਨੇ, ਉਹ ਤਾਂ ਸ਼ਬਦ ਨਾਲ। ਨਾਲੇ ਜਿਹੜੀਆਂ ਅਜੋਕੀਆਂ ਤਸਵੀਰਾਂ ਨੇ ਉਹ ਬਾਣੀ ਦੀ ਵਿਆਖਿਆ ਦੇ ਉਲਟ ਨੇ। ਬਾਣੀ ਮਾਲਾ ਦਾ ਖੰਡਨ ਕਰਦੀ ਹੈ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨ ਚੇਤਈ ਇਹ ਜਪਣੀ ਕਿਆ ਹੋਏ। ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨ ਬੱਗ, ਓਏ ਹਰ ਕੇ ਸੰਤ ਨਾਖੀਐ। ਅੱਗੇ ਜੀ ਬਾਣੀ ਜਿਨ੍ਹਾਂ ਨੂੰ ਠੱਗ ਆਂਦੀ ਆ, ਅਸੀਂ ਬਾਬੇ ਨਾਨਕ ਦੇ ਗਲ 'ਚ ਵੀ ਮਾਲਾ ਪਵਾਤੀ ਤੇ ਬਾਬੇ ਦੇ ਲਾਗੇ ਇੱਦਾਂ ਗੜਵਾ ਰੱਖਤਾ। ਦੱਸਿਓ ਭਲਾ ਅਸੀਂ ਬਾਬੇ ਨਾਲ ਇਨਸਾਫ ਕੀਤਾ? ਪਰ ਤਸਵੀਰਾਂ ਵੇਖ ਰਹੀਆਂ ਨੇ ਆਪਣੇ ਘਰਾਂ 'ਚ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਇੱਦਾਂ ਗੁਰਦੁਆਰੇ ਵੇਖਦਾ ਨਾ ਜਿਨ੍ਹਾਂ ਵਿੱਚ ਕੋਈ ਮਨੋਕਲਪਿਤ ਤਸਵੀਰ ਨਹੀਂ ਲਾਈ। ਅਸੀਂ ਸ਼ਬਦ ਗੁਰੂ ਨਾਲ ਜੁੜੇ ਹਾਂ। ਨਹੀਂ ਤਾਂ ਕਈਆਂ ਗੁਰਦੁਆਰਿਆਂ ਵਿੱਚ ਤੁਸੀਂ ਵੇਖਿਆ ਨਾ ਵੱਡੀਆਂ ਵੱਡੀਆਂ ਫੋਟੋਆਂ ਲਾਈਆਂ ਹੁੰਦੀਆਂ। ਆਪਣੇ ਘਰਾਂ 'ਚ ਵੀ ਕੋਸ਼ਿਸ਼ ਕਰੋ ਸ਼ਬਦ ਦੀਆਂ ਤਸਵੀਰਾਂ ਲਾਓ। ਕੋਈ ਸ਼ਲੋਕ ਲੈ ਲਓ, ਪੌੜੀਆਂ ਲੈ ਲਓ। ਮੈਂ ਅਕਸਰ ਹਰ ਇੱਕ ਜਗ੍ਹਾ ਜਿੱਥੇ ਜਾਂਦਾ ਇੱਕ ਬੇਨਤੀ ਕਰਦਾ ਹੁੰਨਾ, ਜਿਹੜੇ ਆ ਤੁਸੀਂ ਸਰੋਪੇ ਦਿੰਦੇ ਹੋ ਇਹ ਬੰਦ ਕਰਕੇ ਨਾ ਇਹਦੀ ਜਗ੍ਹਾ ਗੁਰਦੁਆਰਾ ਸਾਹਿਬ ਵੱਲੋਂ ਮੋਮੈਂਟੋ ਬਣਾ ਲਓ ਸ਼ਬਦਾਂ ਦੇ। ਜਿਵੇਂ ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲਿਆ ਖਸਮ, ਥੱਲੇ ਗੁਰਦੁਆਰਾ ਸਾਹਿਬ ਦਾ ਐਡਰੈਸ ਆ ਜਾਏ। ਜਦੋਂ ਕੋਈ ਆਪਣੇ ਘਰ ਕੋਈ ਫੰਕਸ਼ਨ ਕਰੇ, ਕੋਈ ਗੁਰਦੁਆਰਾ ਸਾਹਿਬ ਸਮਾਗਮ ਕਰੇ, ਉਸ ਪਰਿਵਾਰ ਨੂੰ ਉਹ ਸ਼ਬਦ ਦਾ ਮੋਮੈਂਟੋ ਦੇ ਕੇ ਸਨਮਾਨਿਤ ਕਰੋ। ਘਰ ਜਾ ਕੇ ਆਪਣੇ ਉਹ ਲਾਏਗਾ 5-7 ਸਮਾਗਮ ਕਰਾ ਗਿਆ, ਅਗਲੇ ਦੇ ਘਰ 5-7 ਸ਼ਬਦਾਂ ਦੀਆਂ ਤਸਵੀਰਾਂ ਆਪਣੇ ਆਪ ਚਲੇ ਜਾਣੀਆਂ ਨੇ। ਤਰੀਕੇ ਬਦਲ ਦਈਏ। ਸਰੋਪਾ ਤੇ ਤੁਸੀਂ ਦਿੱਤਾ, ਸਰੋਪਾ ਤੇ ਕਈ ਵਾਰੀ ਉਹ ਬੰਨਣ ਦੇ ਕੰਮ ਵੀ ਨਹੀਂ ਆਉਂਦਾ, ਪਰ ਪੈਸੇ ਦਾ ਤੇ ਆਉਂਦਾ ਨਾ। ਆਪਾਂ ਤਰੀਕਾ ਲੱਭੀਏ ਸ਼ਬਦ ਬਾਣੀ ਘਰ ਘਰ ਪਹੁੰਚਾਉਣ ਵਾਸਤੇ, ਸ਼ਬਦ ਦੇ ਮੋਮੈਂਟੋ ਦਈਏ। ਜਦੋਂ ਕਿਸੇ ਦੇ ਕੋਈ ਪੁੱਤਰ ਧੀ ਦਾ ਜਨਮ ਦਿਨ ਹੋਵੇ, ਕੋਈ ਘਰ 'ਚ ਆਪਣੇ ਕੋਈ ਖੁਸ਼ੀ ਗਮੀ ਦਾ ਸਮਾਗਮ ਕਰਾਵੇ, ਤੇ ਸ਼ਬਦਾਂ ਦੇ ਮੋਮੈਂਟੋ ਬਣਾ ਕੇ, ਤਸਵੀਰਾਂ ਬਣਾ ਕੇ ਉਹ ਘਰ ਘਰ ਲਾਉਣੀਆਂ ਸ਼ੁਰੂ ਕਰ ਦਈਏ, ਤਾਂ ਕਿ ਹੌਲੀ ਹੌਲੀ ਸਾਡੇ ਮਨਾਂ ਵਿੱਚ ਗੁਰੂ ਸ਼ਬਦ ਦੀ ਵਿਚਾਰ ਦਾ ਪ੍ਰਭਾਵ ਪੈ ਸਕੇ। ਤੋ ਜਿਹੜੀਆਂ ਘਰਾਂ ਵਿੱਚ ਸਾਡੇ ਜਿਹੜੀਆਂ ਮਨੋਕਲਪਿਤ ਤਸਵੀਰਾਂ ਨੇ ਇਹਨਾਂ ਨੂੰ ਪਾਸੇ ਕਰਕੇ ਸ਼ਬਦ ਗੁਰੂ ਦੀਆਂ ਤਸਵੀਰਾਂ ਲਾਉਣ ਵਾਲੇ ਬੰਨੇ ਆਪਣਾ ਧਿਆਨ ਕੇਂਦਰਿਤ ਕਰੀਏ। ਹੁਣ ਸ਼ਬਦ ਵਰਤਿਆ ਮਹਾਰਾਜ ਨੇ, ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹਿ ਸਮਾਏ, ਅਵਰ ਦੂਜਾ ਕਿਉਂ ਸੇਵੀਐ ਜੰਮੈ ਤੈ ਮਰ ਜਾਏ। ਨੇਫਲ ਤਿਨਕਾ ਜੀਵਿਆ, ਨੇਫਲ ਦਾ ਅਰਥ ਕੀ? ਵਿਅਰਥ ਹੈ। ਨੇਫਲ ਤਿਨਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ। ਨੇਫਲ ਹੈ ਉਹਨਾਂ ਦਾ ਜਿਉਣਾ ਜਿਹੜੇ ਆਪਣੇ ਖਸਮ ਨੂੰ ਨਹੀਂ ਜਾਣਦੇ। ਖਸਮ ਕੌਣ ਹੈ? ਸੱਚ ਸਭਨਾ ਕਾ ਖਸਮ ਹੈ। ਆਹ ਤੇ ਉਹ ਗੱਲ ਹੋਈ, ਹੁਣੇ ਬੋਲ ਕੇ ਹਟਿਆ ਮੈਂ ਤੇ ਹੁਣੇ ਕਹਿ ਕੇ ਹਟਿਆ ਵੀ ਇਹਦੀ ਲੋੜ ਨਹੀਂ ਹੈ। ਹਾਂ ਨਹੀਂ ਬਣਾਓ ਨਾ, ਹੁਣ ਸ਼ੁਰੂਆਤ ਕਰੋ। ਫਿਰ ਸ਼ੁਰੂਆਤ ਇੱਥੋਂ ਕਰ ਦਈਏ ਆਪਾਂ ਕਿ ਹੌਲੀ ਹੌਲੀ ਆਪਾਂ ਸ਼ਬਦਾਂ ਦੀਆਂ ਤਸਵੀਰਾਂ ਦੇਣੀਆਂ ਸ਼ੁਰੂ ਕਰੀਏ। ਹੌਲੀ ਹੌਲੀ ਸੰਗਤਾਂ ਵਿੱਚ ਮੈਸੇਜ ਆਏਗਾ। ਤੁਸੀਂ ਸਹਿਮਤ ਹੈਗੇ ਕਿ ਨਹੀਂ ਹੈਗੇ? ਬੋਲ ਕੇ ਦੱਸੋ ਜੀ। ਵੀ ਉਹ ਕਈਆਂ ਦੇ ਸਿਰ ਨਹੀਂ ਵੱਜ ਰਹੇ। ਕਈ ਆਂਦੇ ਨੇ ਜੇ ਸਰੋਪੇ ਵੀ ਸਾਡੇ ਕੋਲ ਲੈ ਲਏ ਅਸੀਂ ਤਾਂ ਵਿਹਲੇ ਹੋ ਜਾਣਾ। ਨਾ ਭਾਈ, ਤਰਲਾ ਤੁਸੀਂ ਇੱਦਾਂ ਕਰੋ ਨਾ, ਪ੍ਰਬੰਧਕ ਕਮੇਟੀ ਰਲ ਕੇ ਇੱਦਾਂ ਕਵੇ, ਆਓ ਜੀ ਫਲਾਣੇ ਪਰਿਵਾਰ ਨੂੰ ਆਪਾਂ ਸਨਮਾਨਿਤ ਕਰਨ ਲੱਗੇ ਹਾਂ, ਪਰਿਵਾਰ ਦੇ 4 ਜੀ ਸਟੇਜ 'ਤੇ ਆ ਜਾਣ, ਆਹ ਸ਼ਬਦ ਦਾ ਹੀ ਮੋਮੈਂਟੋ ਸਾਰੇ ਪਰਿਵਾਰ ਨੂੰ ਦੇਵਾਂਗੇ। ਜਦੋਂ ਆਪਣੇ ਘਰ 'ਚ ਲੌਬੀ 'ਚ ਡਰਾਇੰਗ ਰੂਮ 'ਚ ਜਾ ਕੇ ਉਹ ਸ਼ਬਦ ਦਾ ਇੱਦਾਂ ਫੋਟੋ ਲਾਉਣਗੇ ਵੱਡੀ ਸਾਰੀ, ਥੱਲੇ ਸ਼ਬਦ ਗੁਰਦੁਆਰੇ ਦਾ ਨਾਮ ਲਿਖਿਆ ਹੋਏਗਾ। ਫਿਰ ਤੁਹਾਡੇ ਵੱਲ ਵੇਖ ਕੇ ਦੂਜੀਆਂ ਕਮੇਟੀਆਂ ਵੀ ਕਹਿਣਗੀਆਂ ਬੰਦ ਕਰ ਦਿਓ ਇਹ ਸਰੋਪੇ, ਹੌਲੀ ਹੌਲੀ ਘਰਾਂ 'ਚ ਸ਼ਬਦ ਬਾਣੀ ਦੀਆਂ ਤਸਵੀਰਾਂ ਲਾਉਣੀਆਂ ਸ਼ੁਰੂ ਕਰ ਦਿਓ। ਕਿਉਂਕਿ ਜਦੋਂ ਤੁਸੀਂ ਉੱਠੋਗੇ, ਬੈਠੋਗੇ, ਸੌਂਗੋ, ਜਾਗੋਗੇ, ਉੱਠਦਿਆਂ ਬਹਿੰਦਿਆਂ ਖਾਂਦਿਆਂ ਤੁਹਾਡੇ ਸਾਹਮਣੇ ਸ਼ਬਦ ਆਏਗਾ, 2 ਤੁਕਾਂ ਬਾਣੀ ਦੀਆਂ ਯਾਦ ਹੋ ਜਾਣਗੀਆਂ। ਹੁਣ ਜਕਾਰਾ ਚੇਤੇ ਰੱਖਿਓ, ਬਾਪੂ ਜੀ ਨੇ ਬੁਲਾਇਆ ਤੇ ਅਗਲੀ ਵਾਰੀ ਮੈਂ ਜਦੋਂ ਆਵਾਂ ਨਾ ਕੁਝ ਤਬਦੀਲੀ ਹੋਣੀ ਚਾਹੀਦੀ ਹੈ। ਕਰੋ ਸ਼ੁਰੂਆਤ ਤੇ ਕਰੀਏ ਨਾ। 2-3 ਗੱਲਾਂ ਆਪਣੇ ਪੱਲੇ ਬੰਨ ਲਈਏ। ਇੱਕ ਤੇ ਘਰਾਂ 'ਚ ਪੰਜਾਬੀ ਤੇ ਨਿਯਮ ਕਰ ਲਈਏ ਵੀ ਘਰ 'ਚ ਕਮ ਸੇ ਕਮ ਆਪਣੇ ਬੱਚੇ ਪੰਜਾਬੀ ਬੋਲਣ। ਇੱਕ ਦੂਜਾ ਅਸੀਂ ਸ਼ਬਦ ਬਾਣੀ ਵਾਲੇ ਬੰਨੇ ਤੁਰੀਏ, ਉਹਦਾ ਸਾਨੂੰ ਫਾਇਦਾ ਹੋ ਜਾਏਗਾ, ਸਾਡਾ ਫਾਇਦਾ ਹੋਏਗਾ, ਲਾਭ ਹੋਏਗਾ। ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਤੋ ਪਾਤਸ਼ਾਹ ਜੀ ਕਹਿੰਦੇ ਨੇ ਨੇਫਲ ਤਿਨਕਾ ਜੀਵਿਆ, ਵਿਅਰਥ ਹੈ ਉਹਨਾਂ ਲੋਕਾਂ ਦਾ ਜ਼ਿੰਦਗੀ ਜਿਉਣਾ। ਮਹਾਰਾਜ ਕਿਹਨਾਂ ਦਾ? ਜੇ ਖਸਮ ਨਾ ਜਾਣੈ ਆਪਣਾ। ਖਸਮ ਕੌਣ ਹੈ? ਸੱਚ। ਸੱਚ ਸਭਨਾ ਕਾ।
ਹੁਣ ਜੇ ਬੰਦੇ ਕੋਲ ਸੱਚ ਹੈ ਨਹੀਂ ਤੇ ਬਾਣੀਆਂ ਦੀ ਨਿਫਲ ਹੈ ਤੇਰਾ ਜਿਉਣਾ। ਬੰਦੇ ਦੀ ਜ਼ਿੰਦਗੀ ਉਹ ਸੱਚ ਬਾਹਰ ਕੱਢ ਦਿਓ ਤੇ ਬੰਦਾ ਬੰਦਾ ਰਹਿ ਜਾਂਦਾ ਜੀ। ਫਿਰ ਤੇ ਕਰਤੂਤ ਪਸ਼ੂ ਕੀ ਲੋਕ ਪਚਾਰਾ ਤੇ ਨਿਫਲ ਤਿਨ ਕਾ ਜੀਵਿਆ। ਜੇ ਖਸਮ ਨਾ ਜਾਣੈ ਆਪਣਾ, ਨਿਫਲ ਹੈ ਉਹਨਾਂ ਦਾ ਜਿਉਣਾ ਜਿਹੜੇ ਆਪਣੇ ਖਸਮ ਨੂੰ ਨਹੀਂ ਜਾਣਦੇ। ਤੇ ਮਹਾਰਾਜ ਅਖੀਰ ਤੇ ਕਹਿੰਦੇ ਨੇ ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ। ਹੇ ਨਾਨਕ, ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਜਿਹੜੇ ਖਸਮ ਨੂੰ ਭੁੱਲ ਕੇ ਪਾਸੇ ਤੁਰੇ ਫਿਰਦੇ ਆ ਜਾਂ ਸੱਚ ਦਾ ਪੱਲਾ ਛੱਡ ਦਿੰਦੇ ਆ, ਕਰਤੇ ਵੱਲੋਂ ਉਹਨਾਂ ਨੂੰ ਕਿੱਡੀ ਕੁ ਵੱਡੀ ਸਜ਼ਾ ਮਿਲਦੀ ਹੈ। ਕਿਉਂਕਿ ਜਦੋਂ ਤੁਸੀਂ ਕਰਤੇ ਦਾ ਹੀ ਲੜ ਛੱਡ ਦਿੱਤਾ, ਜਦੋਂ ਸੱਚ ਦਾ ਹੀ ਪੱਲਾ ਛੱਡ ਦਿੱਤਾ, ਫਿਰ ਸਜ਼ਾ ਲਈ ਤੇ ਤਿਆਰ ਭਾਈ ਤੁਹਾਨੂੰ ਰਹਿਣਾ ਹੀ ਪੈਣਾ ਹੈ। ਜੇ ਚਾਹੁੰਦੇ ਹੋ ਸਜ਼ਾ ਨਾ ਮਿਲੇ ਤੇ ਆਓ ਫਿਰ ਸਤਿਗੁਰੂ ਵਿਟੋਂ ਵਾਰਿਆ। ਸਾਰੇ ਬੋਲੋ ਸਤਿਗੁਰੂ ਵਿਟੋਂ ਵਾਰਿਆ। ਜਿਤ ਮਿਲਿਆ ਜਿਨ ਕਰ ਉਪਦੇਸ਼, ਇਨੀ ਨੇਤਰੀ ਖਸਮ ਛੋੜ ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਹੇ ਥਾਂ ਕਰ ਕਿਰਪਾ। ਹਾਂ, ਖਸਮ ਛੋੜ ਦੂਜੇ ਲੱਗੇ। ਆਓ ਆਪਣੇ ਖਸਮ ਨੂੰ ਸੰਭਾਲੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ। ਆਪਣੀ ਜ਼ਿੰਦਗੀ 'ਚ ਇੱਕ ਪ੍ਰਣ ਕਰ ਲਓ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਮਾਨਿਓ ਗ੍ਰੰਥ। ਥਾਂ ਥਾਂ 'ਤੇ ਮੱਥੇ ਟੇਕਣੇ ਬੰਦ ਕਰਕੇ ਆਪਣਾ ਅਕੀਦਾ, ਆਪਣਾ ਭਰੋਸਾ ਸਤਿਗੁਰ ਦੀ ਬਾਣੀ 'ਤੇ ਲੈ ਕੇ ਆਈਏ। ਆਪਣੇ ਪਰਿਵਾਰਾਂ 'ਚ ਗੁਰਬਾਣੀ ਦਾ ਸਹਿਜ ਪਾਠ ਕਰੀਏ। ਜਿੱਥੇ ਅਸੀਂ ਬਾਹਰੀ ਤੌਰ 'ਤੇ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਸਾਡੇ ਹਿਰਦਿਆਂ 'ਚ ਵੀ ਸਤਿਗੁਰ ਦੀ ਬਾਣੀ ਦਾ ਪ੍ਰਕਾਸ਼ ਹੋਵੇ। ਸਹਿਜ ਪਾਠ ਆਰੰਭ ਕਰੋ, ਗੁਰੂ ਦੀ ਬਾਣੀ ਆਪ ਪੜ੍ਹੀਏ, ਸਮਝੀਏ, ਵਿਚਾਰੀਏ, ਤਾਂ ਹੀ ਸਾਡੇ ਮਨਾਏ ਹੋਏ ਇਹ ਦਿਲ ਸਫਲ ਨੇ। ਇੱਥੋਂ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਭਾਈ ਸਾਹਿਬ ਗ੍ਰੰਥੀ ਸਿੰਘ, ਰਾਗੀ ਸਾਹਿਬਾਨ, ਜਿੰਨੀਆਂ ਵੀ ਤੁਸੀਂ ਸੰਗਤਾਂ ਦੂਰਾਂ ਨੇੜਿਆਂ ਤੋਂ ਚੱਲ ਕੇ ਇਸ ਗੁਰਮਤਿ ਸਮਾਗਮ ਦੇ ਵਿੱਚ ਲਗਾਤਾਰ ਤਿੰਨਾਂ ਦੀਵਾਨਾਂ 'ਚ ਹਾਜ਼ਰੀ ਭਰੀ ਹੈ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੇ ਅਰਦਾਸ ਹੈ ਸਾਡੇ ਹਿਰਦੇ 'ਚ ਗੁਰੂ ਦੀ ਮੱਤ ਆਵੇ, ਗੁਰੂ ਦਾ ਪ੍ਰਕਾਸ਼ ਹੋਵੇ, ਗੁਰੂ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜੂ ਸਕੀਏ। ਤੇ ਅਖੀਰ ਤੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਜਿਹੜਾ ਕਿਸਾਨੀ ਅੰਦੋਲਨ ਦਿੱਲੀ ਚੱਲ ਰਿਹਾ ਹੈ ਵੱਖ-ਵੱਖ ਬਾਰਡਰਾਂ 'ਤੇ, ਜ਼ਰੂਰ ਸਮਾਂ ਬਣੇ ਤੁਹਾਡੇ ਕੋਲ, ਕਿਤੇ ਆਪਣੇ ਪਰਿਵਾਰ ਸਮੇਤ ਜਾਂ ਇਕੱਲੇ ਜਾਂ 4 ਜਾਣੇ ਰਲ ਕੇ ਕੋਈ ਇੱਦਾਂ ਦੀ ਬਣਾ ਲਓ ਕਿ ਆਪਾਂ ਇੱਕ ਵਾਰੀ ਉੱਥੇ ਵੇਖ ਕੇ ਆਈਏ। ਇਹ ਵੀ ਇੱਕ ਸਮਾਂ ਹੈ, ਇੱਕ ਹਿਸਟਰੀ ਬਣਨੀ ਹੈ। ਇਤਿਹਾਸ ਜਦੋਂ ਆਉਣ ਵਾਲੇ ਸਮੇਂ 'ਚ ਇਤਿਹਾਸ ਲਿਖਿਆ ਜਾਏਗਾ, ਹਿਸਟਰੀ ਲਿਖੀ ਜਾਏਗੀ। ਜਿਵੇਂ ਅਸੀਂ ਬਾਕੀ ਮੋਰਚਿਆਂ ਨੂੰ ਯਾਦ ਕਰਦੇ ਹਾਂ, ਹੱਕਾਂ ਦੀ ਗੱਲ ਆਉਂਦੀ ਹੈ ਤਾਂ ਪੁੱਛਿਆ ਕਰੇਗੀ ਪੀੜ੍ਹੀ ਕਿ ਜਦੋਂ ਅੰਦੋਲਨ ਚੱਲ ਰਿਹਾ ਸੀ, ਮੰਮੀ ਆਪਣੇ ਪਾਪਾ ਜੀ, ਆਪਣੇ ਡੈਡੀ ਜਦੋਂ ਕੀ ਕਰ ਰਹੇ ਸਨ, ਤੇ ਕਿਤੇ ਤੁਸੀਂ ਵੀ ਮਾਣ ਅਖਵਾਉਣ ਜੋਗੇ ਹੋ ਜੋ ਕਿ ਨਹੀਂ ਤੁਹਾਡਾ ਵੀ ਦਾਦਾ, ਤੁਹਾਡਾ ਵੀ ਪੜਦਾਦਾ, ਤੁਹਾਡਾ ਵੀ ਪਿਤਾ ਜੀ ਉਹਦੇ ਵਿੱਚ ਸ਼ਾਮਲ ਹੋਏ ਸੀ। ਕਿਉਂਕਿ ਇਹ ਸਾਰਿਆਂ ਦੀ ਜੰਗ ਸਾਡੀ ਸਾਂਝੀ ਹੈ। ਅਰਦਾਸ ਹੈ ਕਿ ਮਹਾਰਾਜ ਇਹ ਕਾਨੂੰਨ ਕਾਲੇ ਰੱਦ ਹੋਣ ਤੇ ਕਿਸਾਨ ਮਜ਼ਦੂਰ ਖੁਸ਼ੀ-ਖੁਸ਼ੀ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣ, ਤੇ ਸਾਰੇ ਅਸੀਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਤੋਂ ਅਗਾਹ ਹੁੰਦੇ ਰਹੀਏ, ਸੁਚੇਤ ਹੁੰਦੇ ਰਹੀਏ। ਜਿਹੜੀ ਮੈਂ ਰਾਤੀ ਗੱਲ ਕਹੀ ਸੀ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਅਸੀਂ ਦੇਣੀ ਹੈ, ਪੜ੍ਹਾਈ ਦੇਣੀ ਹੈ, ਉਹਦੇ ਨਾਲ ਨਾਲ ਚੰਗੀ ਇਨਸਾਨੀਅਤ ਦੀਆਂ ਮੁੱਢਲੀਆਂ ਗੱਲਾਂ ਉਹ ਜ਼ਰੂਰ ਸਾਂਝੀਆਂ ਕਰਦੇ ਜਾਈਏ ਤਾਂ ਕਿ ਜੀਵਨ ਖੁਸ਼ਹਾਲ ਹੋ ਸਕੇ। ਅਸੀਂ ਜਿੱਥੇ ਸਤਿਗੁਰ ਦੀ ਬਾਣੀ ਪੜ੍ਹਨੀ ਵਿਚਾਰਨੀ ਹੈ, ਉੱਥੇ ਸਮਾਜ ਵਿੱਚ ਵਧੀਆ ਪ੍ਰੇਰਨਾਦਾਇਕ ਜਿਹੜੀ ਗੱਲ ਉਹ ਸਾਡੇ ਜੀਵਨ ਵਿੱਚੋਂ ਬਣਨੀ ਚਾਹੀਦੀ ਹੈ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਬਿਸਤ ਦੋਜਕ ਮੂੜੇ ਏਮ ਜਾਣੀ। ਆਓ ਸਾਰਿਆਂ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਅਸੀਂ ਪ੍ਰਕਾਸ਼ ਪੁਰਬ ਮਨਾਇਆ, ਉਹਨਾਂ ਦੀ ਮਹਾਨ ਜਿਹੜੀ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਕੋਸ਼ਿਸ਼ ਕਰੋ ਆਪ ਪੜ੍ਹਨ ਅਤੇ ਵਿਚਾਰਨ ਦੀ, ਤਾਂ ਹੀ ਸਾਡੇ ਇਸ ਸਮਾਗਮ ਮਨਾਏ ਸਫਲ ਨੇ। ਸਾਰਿਆਂ ਦਾ ਧੰਨਵਾਦ। ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਬਹੁਤ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ